ਸਤਿ ਸ਼੍ਰੀ ਅਕਾਲ ਦੋਸਤੋ। ਪਾਕਿਸਤਾਨੀ ਸਫ਼ਰਨਾਮਾ ਦੇ ਭਾਗ 5 ਵਿੱਚ ਅਸੀਂ ਪੜ੍ਹਿਆ ਕਿ ਬਲਰਾਜ ਸਾਹਨੀ ਹੁਣੀ ਲਾਹੌਰ ਤੋਂ ਲੈ ਕੇ ਝੰਗ ਮਗਿਆਣਾ ਤੱਕ ਦਾ ਸਫ਼ਰ ਤੈਅ ਕਰਦੇ ਹਨ। ਉੱਥੇ ਉਹ ਆਪਣੇ ਇੱਕ ਦੋਸਤ ਦੇ ਦੋਸਤ ਕੋਲ ਠਹਿਰਦੇ ਹਨ ਜਿਨ੍ਹਾਂ ਦਾ ਨਾਮ ਅੰਜਮ ਤੱਕੀ ਹੈ। ਅੰਜਮ ਤੱਕੀ ਜੀ ਨਾਲ ਉਹਨਾਂ ਦੀ ਇਹ ਪਹਿਲੀ ਮੁਲਾਕਾਤ ਸੀ ਜਿਸ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ। ਹੀਰ ਦੀ ਮਜ਼ਾਰ ਉੱਪਰ ਵੀ ਉਹ ਆਪਣੇ ਇਸ ਨਵੇਂ ਬਣੇ ਦੋਸਤ ਨਾਲ ਜਾਂਦੇ ਹਨ। ਉੱਥੇ ਜੈਸਾ ਵਾਤਾਵਰਨ ਹੈ ਜੋ ਉੱਥੋਂ ਦੀ ਆਬੋ ਹਵਾ ਵਿੱਚੋਂ ਮਹਿਸੂਸ ਕਰਦੇ ਹਨ, ਉਹ ਇਸ ਸਭ ਕਾਸੇ ਨੂੰ ਸਾਡੇ ਸਾਹਮਣੇ ਅੱਖਰਾਂ ਵਿੱਚ ਬਿਆਨ ਕਰਦੇ ਹਨ। ਉਹਨਾਂ ਦਾ ਇਹ ਦ੍ਰਿਸ਼ ਵਰਣਨ ਸਾਨੂੰ ਕੀਲ ਕੇ ਰੱਖ ਦਿੰਦਾ ਹੈ। ਅੱਗੇ ਉਹ ਪੇਸ਼ ਕਰਦੇ ਹਨ ਕਿ ਵਾਰਿਸ ਸ਼ਾਹ ਦਾ ਜੋ ਹੀਰ ਦਾ ਪੰਜਾਬੀ ਨਾਲ ਜੋ ਅਟੁੱਟ ਰਿਸ਼ਤਾ ਹੈ ਉਹ ਕਿਸੇ ਹੋਰ ਭਾਸ਼ਾ ਵਿੱਚ ਸ਼ਾਇਦ ਹੀ ਵੇਖਣ ਨੂੰ ਮਿਲੇ। ਅੱਗੇ ਉਹ ਸਾਨੂੰ ਦੱਸਦੇ ਹਨ ਕਿ ਪ੍ਰਸ਼ਾਸਨ ਜਿਸ ਤਰ੍ਹਾਂ ਦਾ ਵੀ ਹੋਵੇ ਉਸ ਦਾ ਲਹਿਜ਼ਾ ਹਰ ਕਿਤੇ ਇੱਕੋ ਜਿਹਾ ਹੀ ਹੈ। ਉਹ ਬੜਾ ਹੀ ਸੰਦੇਹੀ ਸੁਭਾਅ ਵਾਲਾ ਹੈ, ਬੜਾ ਹੀ ਸਵਾਲੀਆਂ ਨਿਗਾਹਾਂ ਵਾਲਾ ਹੈ। ਅੱਜ ਅਸੀਂ ਦੋਸਤੋ ਪਾਕਿਸਤਾਨੀ ਸਫ਼ਰਨਾਮੇ ਦਾ ਭਾਗ 6ਵਾਂ ਪੜ੍ਹਾਂਗੇ। ਗੌਰ ਫਰਮਾਉਣਾ। ਭਾਗ 6। ਪੁਲਿਸ ਲਾਈਨ ਤੋਂ ਕੋਤਵਾਲੀ ਜਾਂਦਿਆਂ ਅਸੀਂ ਵੱਡੇ ਬਾਜ਼ਾਰ ਵਿੱਚੋਂ ਲੰਘੇ ਸਾਂ। ਕੁਝ ਜਣੇ ਮੁੜ ਕੇ ਮੇਰੇ ਵੱਲ ਵੇਖਦੇ ਜਿਵੇਂ ਪਛਾਣਨ ਦੀ ਕੋਸ਼ਿਸ਼ ਕਰ ਰਹੇ ਹੋਣ। ਪਾਕਿਸਤਾਨ ਵਿੱਚ ਕਈ ਵਰ੍ਹਿਆਂ ਤੋਂ ਹਿੰਦੀ ਫਿਲਮਾਂ ਦੀ ਆਮਦ ਬੰਦ ਹੈ, ਪਰ ਫਿਲਮੀ ਰਸਾਲੇ ਖੂਬ ਵਿਕਦੇ ਹਨ। ਲਾਹੌਰ ਵਿੱਚ ਸੁਣਿਆ ਸੀ ਕਿ ਪਬਲਿਕ ਹਿੰਦੁਸਤਾਨੀ ਪਿਕਚਰਾਂ ਲਈ ਤਰਸਦੀ ਹੈ। ਡਾਕਟਰ ਨਜ਼ੀਰ ਦੀ ਕੋਠੀ ਉੱਤੇ ਵਿਦਿਆਰਥੀ ਕੁੜੀਆਂ ਦੀ ਇੱਕ ਟੋਲੀ ਮੈਨੂੰ ਮਿਲਣ ਆਈ ਸੀ ਅਤੇ ਹਿੰਦੀ ਫਿਲਮਾਂ ਬਾਰੇ ਉਹਨਾਂ ਦੀ ਵਾਕਫੀ ਦਾ ਵਿਸਥਾਰ ਵੇਖ ਕੇ ਮੈਂ ਦੰਗ ਰਹਿ ਗਿਆ ਸਾਂ। ਇੱਕ ਕੁੜੀ ਜਿਸ ਨੂੰ ਵੀਜ਼ੇ ਦੀ ਸਹੂਲਤ ਸੀ, ਹਰ ਪੰਦਰਵਾੜੇ ਅੰਮ੍ਰਿਤਸਰ ਜਾ ਕੇ ਨਵੀਆਂ ਫਿਲਮਾਂ ਵੇਖ ਆਉਂਦੀ ਅਤੇ ਫਿਰ ਸਹੇਲੀਆਂ ਨੂੰ ਆਲੇ ਦੁਆਲੇ ਬਿਠਾਲ ਕੇ ਉਹਨਾਂ ਦੀ ਪੂਰੀ ਰਾਮਲੀਲਾ ਕਰਕੇ ਵਿਖਾਉਂਦੀ। ਆਪਣੇ ਮੁਲਕ ਦੀ ਤਾਰੀਫ ਸੁਣ ਕੇ ਕੌਣ ਨਹੀਂ ਖੁਸ਼ ਹੁੰਦਾ, ਪਰ ਮੈਨੂੰ ਥੋੜ੍ਹੀ ਹੈਰਾਨੀ ਵੀ ਹੋਈ। ਆਖਿਰ ਸਾਡੀਆਂ ਫਿਲਮਾਂ ਵਿੱਚ ਕਿਹੜੀ ਐਸੀ ਗੱਲ ਹੈ ਜੋ ਪਾਕਿਸਤਾਨ ਦੇ ਫਿਲਮਕਾਰਾਂ ਦੀ ਸਮਰੱਥਾ ਤੋਂ ਬਾਹਰ ਹੋਵੇ। ਮੇਰੀਆਂ 2 ਫਿਲਮਾਂ ਪਾਕਿਸਤਾਨ ਵਿੱਚ ਚੱਲ ਚੁੱਕੀਆਂ ਹਨ, ਇੱਕ ਹਮ ਲੋਗ ਤੇ ਦੂਜੀ ਪਰਦੇਸੀ। ਹਮ ਲੋਗ ਤਾਂ ਬੰਦਿਸ਼ ਲੱਗਣ ਤੋਂ ਪਹਿਲਾਂ ਹੀ ਗਈ ਹੋਈ ਹੈ ਅਤੇ ਪਰਦੇਸੀ ਸਾਂਝੀ ਹਿੰਦੀ ਰੂਸੀ ਫਿਲਮ ਹੋਣ ਕਾਰਨ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਬੰਦਿਸ਼ ਤੋਂ ਆਜ਼ਾਦ ਹੈ। ਮੇਰੇ ਆਉਣ ਤੋਂ ਕੁਝ ਦਿਨ ਪਹਿਲਾਂ ਝੰਗ ਦੇ ਲੋਕ ਖੌਰੇ ਉਹਨੂੰ ਤੀਜੀ ਵਾਰ ਵੇਖ ਚੁੱਕੇ ਸਨ। ਸ਼ਾਇਦ ਇਸੇ ਕਾਰਨ ਮੇਰਾ ਥੋੜਾ ਬਹੁਤਾ ਚਰਚਾ ਛਿੜ ਪਿਆ ਸੀ। ਸਾਡੇ ਪਿੱਛੇ ਇੱਕ ਨਿੱਕੀ ਜਿਹੀ ਜੁੰਡਲੀ ਵੀ ਕੋਤਵਾਲੀ ਪੁੱਜ ਗਈ। ਉਸ ਦੇ ਆਉਣ ਨਾਲ ਸਾਡਾ ਵਕਾਰ ਕੁਝ ਵੱਧ ਗਿਆ। ਥਾਣੇ ਦਾ ਮਾਹੌਲ ਉਸੇ ਤਰ੍ਹਾਂ ਦਾ ਸੀ ਜਿਵੇਂ ਥਾਣਿਆਂ ਦਾ ਆਮ ਤੌਰ ਉੱਤੇ ਹੁੰਦਾ ਹੈ। ਕੰਧ ਨਾਲ ਲੱਗੇ 2 ਬੰਚਾਂ ਉੱਪਰ ਗਰੀਬੜੇ ਤੇ ਚਿੰਤਾਤੁਰ ਜਿਹੇ ਲੋਕ ਬੈਠੇ ਸਨ। ਕਮਰੇ ਦੇ ਵਿਚਕਾਰ ਇੱਕ ਵੱਡੀ ਸਾਰੀ ਮੇਜ਼ ਪਿੱਛੇ ਕੁਰਸੀਆਂ ਇੱਕ ਦੂਜੇ ਦੇ ਨੇੜੇ ਕਰਕੇ 2 ਅਫਸਰ ਬੈਠੇ ਹੋਏ ਸਨ। ਇਹਨਾਂ ਵਿੱਚੋਂ ਇੱਕ ਸੋਹਣੀ ਨਹਾਰ ਵਾਲਾ 25-26 ਵਰ੍ਹਿਆਂ ਦਾ ਗਬਰੂਟ ਸੀ। ਇੰਜ ਜਾਪਦਾ ਸੀ ਜਿਵੇਂ ਉਹਦਾ ਖਾਨਦਾਨ ਪੁਸ਼ਤ ਦਰ ਪੁਸ਼ਤ ਪੁਲਿਸ ਤੇ ਫੌਜ ਵਿੱਚ ਭਰਤੀ ਹੁੰਦਾ ਆਇਆ ਹੈ। ਇਤਨੀ ਛੋਟੀ ਉਮਰ ਇਤਨੇ ਚੰਗੇ ਅਹੁਦੇ ਉੱਤੇ ਪਹੁੰਚ ਜਾਣ ਨਾਲ ਉਹਦੇ ਜੀਵਨ ਦੀਆਂ ਸਾਰੀਆਂ ਰੀਝਾਂ ਪੂਰੀਆਂ ਹੋ ਗਈਆਂ ਹਨ। ਉਹਨਾਂ ਦੀ ਦਾੜੀ ਵਧੀ ਹੋਈ, ਵਾਲ ਖਿੰਡਰੇ ਹੋਏ ਤੇ ਅੱਖਾਂ ਥੱਕੀਆਂ ਸਨ, ਜਿਵੇਂ ਕਰਤੱਵ ਪਾਲਣ ਦਾ ਭਰਪੂਰ ਸਵਾਦ ਮਾਣਦਿਆਂ 1-2 ਰਾਤਾਂ ਘਰ ਜਾਣ ਦੀ ਫੁਰਸਤ ਵੀ ਨਾ ਮਿਲੀ ਹੋਵੇ। ਦੂਜਾ ਅਫਸਰ ਜਿਸ ਨੂੰ ਉਹ ਕੋਈ ਰਿਪੋਰਟ ਲਿਖਵਾ ਰਿਹਾ ਸੀ, ਅਧਖੜ ਉਮਰ ਦਾ ਸੀ ਅਤੇ ਸਹੀ ਮਾਇਨਿਆਂ ਵਿੱਚ ਪੁਲਸੀਆ ਮਾਲੂਮ ਹੁੰਦਾ ਸੀ। ਖਜ਼ਾਬ ਲਾ ਕੇ ਕਾਲੇ ਕੀੜੇ ਚਿੜੀਦਾਰ ਵਾਲ, ਮਸਤੂਰੀਆ ਸੁਰਮੇ ਵਾਲੀਆਂ ਅੱਖਾਂ, ਆਕੜੀ ਹੋਈ ਪੇਚਦਾਰ ਮੁੱਛ, ਸ਼ੈਲਾ ਤੇ ਅਕਲੋਂ ਮਹਿਦੂਦ ਆਦਮੀ ਜਾਪਦਾ ਸੀ। ਉਹਨੂੰ ਜਦੋਂ ਪਤਾ ਲੱਗਿਆ ਕਿ ਮੈਂ ਫਿਲਮ ਐਕਟਰ ਹਾਂ ਤਾਂ ਬੜਾ ਰੀਝਿਆ। ਅੱਛਾ ਜੀ, ਇਹ ਤਾਂ ਫਿਰ ਸਾਡੀ ਬੜੀ ਖੁਸ਼ਕਿਸਮਤੀ ਹੈ। ਜ਼ਰਾ ਸਾਨੂੰ ਵੀ ਆਪਣੇ ਹੁਨਰ ਦੇ ਜ਼ੋਹਰ ਵਿਖਾ ਦਿਓ, ਰੰਗ ਲਾ ਦਿਓ ਝੰਗ ਵਿੱਚ ਫੇਰ। ਮੇਰੀ ਕੁਰਸੀ ਦੇ ਨਾਲ ਲੱਗ ਕੇ ਖੜੇ ਇੱਕ ਮੁੰਡੇ ਨੇ ਵਿਅੰਗ ਨਾਲ ਕਿਹਾ, ਭਾਈ ਸਾਹਿਬ, ਇਹ ਫਿਲਮ ਸਟਾਰ ਨੇ, ਭੰਡ ਨਕਲੀਏ ਨਹੀਂ।
ਫਿਰ ਵੀ ਗਾਣਾ ਗੂਣਾ ਤਾਂ ਗਾਉਂਦੇ ਹੀ ਹੋਣਗੇ, ਅਫਸਰ ਨੇ ਆਪਣੀ ਪਤਲੀ ਤੇ ਸੁਰੀਲੀ ਆਵਾਜ਼ ਵਿੱਚ ਕਿਹਾ ਅਤੇ ਨਾਲ ਆਪਣਾ ਲਿਖਣ ਦਾ ਕੰਮ ਵੀ ਕਰਦਾ ਗਿਆ। ਛੋਟੀ ਉਮਰ ਦੇ ਅਫਸਰ ਨੇ ਆਪਣੀਆਂ ਖੂਬਸੂਰਤ ਅੱਖਾਂ ਚੁੱਕ ਕੇ ਰਤਕ ਮੇਰੇ ਵੱਲ ਘੂਰਿਆ ਤੇ ਫਿਰ ਉੱਠ ਖਲੋਤਾ, ਜਿਵੇਂ ਆਪਣੇ ਦਫ਼ਤਰ ਵਿੱਚ ਕਿਸੇ ਦੂਜੇ ਦਾ ਸ਼ਲਾਘਾ ਕੇਂਦਰ ਬਣਨਾ ਉਹਨੂੰ ਨਾ ਪਸੰਦ ਹੋਵੇ। ਤੇ ਸੱਚਮੁੱਚ ਉਸ ਦਾ ਆਖਰਾਂ ਦਾ ਮਰਦਊ ਸਹਾਪਣ ਚੰਗੇ ਤੋਂ ਚੰਗੇ ਫਿਲਮ ਹੀਰੋ ਨੂੰ ਮਾਤ ਕਰਦਾ ਸੀ। ਆਪਣੀ ਕਾਲੇ ਬਲੇਜ਼ਰ ਦੀ ਟੋਪੀ ਵਿੰਗੀ ਅਦਾ ਨਾਲ ਸਿਰ ਉੱਤੇ ਰੱਖ ਕੇ ਪੇਟੀ ਬਣਦਾ ਬਣਦਾ ਉਹ ਕਹਿ ਕੇ ਬਾਹਰ ਚਲਾ ਗਿਆ, ਇਹਨਾਂ ਦਾ ਕੰਮ ਕਰ ਛੋੜੋ, ਫਾਲਤੂ ਗੱਲਾਂ ਦਾ ਕੀ ਫਾਇਦਾ ਹੈ। ਪਾਕਿਸਤਾਨ ਦੀ ਪੁਲਿਸ ਦੇ ਪਹਿਰਾਵੇ ਵਿੱਚ ਸੱਜਾ ਸਰਦਾਰ ਹੋਇਆ ਹੈ, ਲਾਲ ਪਟੇ ਤੇ ਉੱਚੇ ਤੁਰੇ ਵਾਲੀ ਪੱਗ, ਜਿਸ ਨੂੰ ਅੰਗਰੇਜ਼ ਦੇ ਜ਼ਮਾਨੇ ਵਿੱਚ ਵੇਖ ਕੇ ਬੰਦਾ ਖਾਹ-ਮਖਾਹ ਡਰ ਜਾਂਦਾ ਸੀ ਅਤੇ ਜੋ ਪੂਰਬੀ ਪੰਜਾਬੀ ਵਿੱਚ ਹੁਣ ਵੀ ਪ੍ਰਚਲਿਤ ਹੈ, ਨਹੀਂ ਰਹੀ। ਉਸ ਦੀ ਹੂਬਹੂ ਫੌਜੀਆਂ ਵਾਲੀ ਵਰਦੀ ਵਰਤੀ ਜਾਂਦੀ ਹੈ, ਖਾਕੀ ਪਤਲੂਨ, ਖਾਕੀ ਕਮੀਜ਼ ਤੇ ਕਾਲੀ ਬਰੇਟ ਟੋਪੀ। ਇਹ ਪੋਸ਼ਾਕ ਜ਼ਿਆਦਾ ਸੁਭਾਵਿਕ ਦਿਸਦੀ ਹੈ। ਉਹਦੇ ਜਾਣ ਤੋਂ ਬਾਅਦ ਦੂਜੇ ਅਫਸਰ ਨੇ ਪਾਸਪੋਰਟ ਦਾ ਮੁਆਇਨਾ ਕਰਕੇ ਕੋਰੇ ਕਾਗਜ਼ ਉੱਪਰ ਆਪਣੇ ਦਸਤਖਤ ਕਰ ਦਿੱਤੇ ਅਤੇ ਰਜਿਸਟਰ ਵਿੱਚ ਵੀ ਅੰਦਰਾਜ਼ ਕਰ ਲਿਆ। ਉਸ ਦੇ ਹੋਠਾਂ ਉੱਤੇ ਹਾਲਾ ਵੀ ਮੁਸਕਣੀ ਨੱਚ ਰਹੀ ਸੀ, ਜਿਵੇਂ ਅੰਦਰ ਖਾਨੇ ਕਹਿ ਰਿਹਾ ਹੋਵੇ, ਇਹਨਾਂ ਮੁੰਡਿਆਂ ਖੁੰਡਿਆਂ ਨੂੰ ਕੀ ਪਤਾ, ਇਹ ਐਕਟਰ ਲੋਕ ਭਾਵੇਂ ਕਿਤਨੇ ਅਮੀਰ ਤੇ ਸ਼ੋਹਰਤ ਜ਼ਾਬਤਾ ਹੋਣ, ਦਰਜਾ ਇਹਨਾਂ ਦਾ ਪੰਡਾਂ ਨਕਲੀਆਂ ਵਾਲਾ ਹੀ ਹੁੰਦਾ ਹੈ, ਪੇਛਾ ਜੋ ਅਜਿਹਾ ਹੋਇਆ। ਸ਼ਾਇਦ ਉਹਨੂੰ ਪੁਰਾਣੇ ਵਕਤਾਂ ਦੇ ਵੇਖੇ ਹੋਏ ਮੌਜ ਮੇਲੇ ਯਾਦ ਆ ਰਹੇ ਹੋਣ, ਜਦੋਂ ਸਫਰੀ ਨਾਟਕ ਮੰਡਲੀਆਂ ਮੰਡੂਏ ਲਾਉਂਦੀਆਂ ਹੁੰਦੀਆਂ ਸਨ। ਬੜੀਆਂ ਬੜੀਆਂ ਨਾਮਵਰ ਐਕਟਰੈਸਾਂ ਨੂੰ ਪੁਲਿਸ ਅਫਸਰਾਂ ਨਾਲ ਬਹਿ ਕੇ ਖਾਣਾ ਪੀਣਾ ਪੈਂਦਾ ਸੀ ਅਤੇ ਛੋਟੀਆਂ ਮੋਟੀਆਂ ਤਾਂ ਉਹਨਾਂ ਦੇ ਹੱਥਾਂ ਵਿੱਚ ਖਿਡੌਣਾ ਬਣ ਜਾਂਦੀਆਂ ਸਨ। ਕੰਪਨੀਆਂ ਦੇ ਮਾਲਕ ਤਰੀਕਿਆਂ ਨਾਲ ਸਮਝਾਉਂਦੇ, ਵੇਖਣਾ ਬਲੀ, ਤੇਰੀ ਵੀ ਤੇ ਸਾਡੀ ਵੀ ਰੋਜੀ ਦਾ ਸਵਾਲ ਹੈ, ਕਿਤਨਾ ਖਰਚ ਕਰਕੇ ਕਲਕੱਤੇੋਂ ਆਏ ਹਾਂ। ਸਭ ਕੁਝ ਪੁਲਿਸ ਵਾਲਿਆਂ ਦੇ ਹੱਥ ਹੁੰਦਾ ਹੈ, ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੇ ਬਗੈਰ ਇੱਕ ਸ਼ੋਅ ਵੀ ਨਹੀਂ ਕਰ ਸਕਦੇ। ਬਸ ਰੋਟੀ ਰੂਟੀ ਖਾਣ ਹੀ ਤਾਂ ਜਾਣਾ ਹੈ, ਕਹਿੰਦੇ ਨੇ ਬੜੀ ਸੋਹਣੀ ਵੇਖਣ ਵਾਲੀ ਥਾਂ ਹੈ, ਤੂੰ ਫਿਕਰ ਨਾ ਕਰ ਕਿਸੇ ਗੱਲ ਦਾ, ਤੇਰੀ ਇੱਜ਼ਤ ਸਾਡੀ ਆਪਣੀ ਇੱਜ਼ਤ ਹੈ। ਪਾਸਪੋਰਟ ਮੋੜਦਿਆਂ ਉਹਨੇ ਮੇਰੇ ਵੱਲ ਇੰਝ ਵੇਖਿਆ ਜਿਵੇਂ ਮੈਂ ਉਹਦੇ ਮਨੋਭਾਵਾਂ ਨੂੰ ਬਿਹਤਰ ਸਮਝ ਸਕਦਾ ਹੋਵਾਂ। ਇਸ ਕਿਰਨਾਂ ਭਰੀ ਨਜ਼ਰ ਕਰਕੇ ਮੈਂ ਕੋਤਵਾਲੀ ਵਿੱਚੋਂ ਵੀ ਬੜੀ ਹੇਠੀ ਮਹਿਸੂਸ ਕਰਦਾ ਬਾਹਰ ਆਇਆ। ਕੀ ਫਿਲਮਾਂ ਦੇ ਮੈਦਾਨ ਵਿੱਚ ਵੀ ਉਤਨੀ ਹੀ ਕਚੀਲਤਾ ਹੁਣ ਵੀ ਮੌਜੂਦ ਨਹੀਂ? ਫਰਕ ਕੇਵਲ ਇਤਨਾ ਹੈ ਕਿ ਅਫਸਰੀ ਦੀ ਧੌਂਸ ਦੀ ਥਾਂ ਪੈਸੇ ਦੀ ਸਰਦਾਰੀ ਨੇ ਲੈ ਲਈ ਹੈ। ਉਤੋਂ ਐਕਟਰਾਂ ਤੇ ਐਕਟਰੈਸਾਂ ਦਾ ਸਮਾਜ ਵਿੱਚ ਬੜਾ ਮਾਣ ਹੈ, ਪਰ ਇਹਦੀ ਤਹਿ ਵਿੱਚ ਵੀ ਕੀ ਉਹ ਈਰਖਾ ਤੇ ਤਿਰਸਕਾਰ ਨਹੀਂ? ਕਲਾ ਦੇ ਸਾਧਕਾਂ ਅਤੇ ਪ੍ਰਸ਼ੰਸਕਾਂ ਦੇ ਮਿਆਰ ਕੀ ਨੰਗੇਜ਼ ਭਰੇ ਸ਼ਿੰਗਾਰ ਰਸ ਤੋਂ ਉਤਾਂਹ ਉੱਠ ਚੁੱਕੇ ਹਨ? ਟੋਲੀ ਸਮੇਤ ਅਸੀਂ ਹਨੇਰੀਆਂ ਤੇ ਕੱਚੀਆਂ ਸੜਕਾਂ ਉੱਤੇ ਪੈ ਗਏ। ਮੁੰਡੇ ਬੜੇ ਚਾਅ ਨਾਲ ਆਪਣੀ ਜਾਣ ਪਛਾਣ ਕਰਾ ਰਹੇ ਸਨ। ਜਿਹੜਾ ਮੇਰੇ ਹੱਕ ਵਿੱਚ ਇੰਸਪੈਕਟਰ ਨਾਲ ਬੋਲਿਆ ਸੀ, ਉਹ ਮੇਰੀ ਆਪਣੀ ਜਨਮ ਭੂਮੀ ਰਾਵਲਪਿੰਡੀ ਦਾ ਸੀ। ਉਹਦੇ ਗਲ ਖਾਕੀ ਟਵਿਲ ਦੀ ਕਮੀਜ਼, ਤੇੜ ਖਾਕੀ ਸਲਵਾਰ ਤੇ ਪੈਰੀ ਪਸ਼ਾਵਰੀ ਚੱਪਲ ਸੀ। ਸਕੂਲ ਦੇ ਜ਼ਮਾਨੇ ਤੱਕ ਮੇਰਾ ਵੀ ਇਹੋ ਪਹਿਰਾਵਾ ਹੁੰਦਾ ਸੀ। ਸਾਹ ਵੀ ਉਸੇ ਵਾਂਗ ਗੋਰਾ, ਚਿੱਟਾ ਤੇ ਹਸੌੜ। ਮੂੰਹ ਤੇ ਲਾਈਆਂ ਵੀ ਇੰਜੇ ਫੁੱਟ-ਫੁੱਟ ਪੈਂਦੀਆਂ ਸਨ। ਵਾਲ ਵੀ ਇਸੇ ਤਰ੍ਹਾਂ ਘਣੇ ਘਣੇ ਤੇ ਕੱਕੇ ਕੱਕੇ। ਇੰਜ ਭਾਸਦਾ ਸੀ ਮੇਰਾ ਆਪਣਾ ਅਤੀਤ ਸਰੂਪ ਮੇਰੇ ਸਾਹਮਣੇ ਆ ਖਲੋਤਾ ਹੋਵੇ। ਇੱਕ ਦੋ ਪੱਤਰਕਾਰ ਸਨ, ਕੁਝ ਕਾਲਜ ਦੇ ਵਿਦਿਆਰਥੀ ਤੇ ਕੁਝ ਦਫ਼ਤਰਾਂ ਵਾਲੇ। ਮੇਰੇ ਅਗਾਂਹ ਵਧੂ ਤੇ ਆਵਾਮ ਪ੍ਰਸਤ ਵਿਚਾਰਾਂ ਦਾ ਕਲਾਕਾਰ ਹੋਣ ਦੀ ਝੂਠੀ ਜਾਂ ਸੱਚੀ ਖਬਰ ਉਹਨਾਂ ਤੱਕ ਵੀ ਪਹੁੰਚ ਚੁੱਕੀ ਸੀ। ਸਾਰੇ ਬੜੇ ਪਿਆਰ ਨਾਲ ਪੇਸ਼ ਆ ਰਹੇ ਸਨ, ਪਰ ਮੈਨੂੰ ਇਹ ਸਭ ਨਿਰਾ ਪੂਰਾ ਤਮਾਸ਼ਾ ਜਾਪ ਰਿਹਾ ਸੀ। ਇੱਕ ਪੱਤਰਕਾਰ ਇਹ ਸੁਣ ਕੇ ਬੜੇ ਦੁਖੀ ਹੋਏ ਕਿ ਮੈਨੂੰ ਗੈਸਟ ਹਾਊਸ ਛੱਡ ਕੇ ਜ਼ੈਲ ਘਰ ਠਹਿਰਨ ਦਾ ਹੁਕਮ ਦਿੱਤਾ ਗਿਆ ਹੈ। ਕਹਿਣ ਲੱਗੇ, ਤੁਸੀਂ ਟਾਂਗੇ ਵਿੱਚ ਬਹਿ ਕੇ ਗੈਸਟ ਹਾਊਸ ਚੱਲੋ, ਮੈਂ ਹੁਣੇ ਏਡੀਐਮ ਸਾਹਿਬ ਕੋਲੋਂ ਪ੍ਰਵਾਨਗੀ ਲੈ ਕੇ ਆਉਣਾ ਪਿਆ। ਕਾਫੀ ਜ਼ਬਤ ਰੱਖਣ ਦੇ ਬਾਵਜੂਦ ਮੇਰੀ ਤਬੀਅਤ ਵਿੱਚ ਖੋਰਾਪਨ ਆ ਗਿਆ ਸੀ। ਗੈਸਟ ਹਾਊਸ ਵਿੱਚ ਬੈਰੇ ਨੇ ਬੜੀ ਮਿਹਨਤ ਨਾਲ ਮੇਰਾ ਕਮਰਾ ਸਜਾ ਰੱਖਿਆ ਸੀ। ਬਿਸਤਰਾ ਖੋਲ੍ਹ ਕੇ ਪਲੰਘ ਉੱਤੇ ਵਿਛਾ ਦਿੱਤਾ ਸੀ। ਅੰਗੀਠੀ ਕੋਲੋਂ ਪਾਲਿਸ਼ ਕੀਤੇ ਬੂਟ ਪਏ ਸਨ। ਇਸ ਤਰਤੀਬ ਨੂੰ ਅਖੇੜਦਿਆਂ ਉਹਦਾ ਵੀ ਦਿਲ ਦੁਖਿਆ।
ਮੇਰੀ ਹਾਲਤ ਤਾਂ ਇਹ ਸੀ ਕਿ ਆਪਣੇ ਆਪ ਉੱਪਰ ਤਰਸ ਖਾਂਦਾ ਹੋਣ ਹਾਕਾ ਹੁੰਦਾ ਜਾ ਰਿਹਾ ਸਾਂ। ਤੱਕੀ ਸਾਹਿਬ ਸਮਾਨ ਬੰਨ੍ਹਣ ਵਿੱਚ ਸਹਾਇਕ ਹੋਣਾ ਚਾਹੁੰਦੇ ਸਨ, ਪਰ ਡਰਦੇ ਸਨ ਕਿਤੇ ਮੈਂ ਉਹਨਾਂ ਨੂੰ ਵੀ ਝਿੜਕ ਨਾ ਦਿਆਂ। ਰਹਿ ਰਹਿ ਕੇ ਮੇਰੇ ਮਨ ਵਿੱਚ ਹੌਲ ਪੈਂਦੇ, ਖਰੇ ਕੈਸੀ ਥਾਂ ਜਾ ਰਿਹਾ, ਖੌਰੇ ਮੇਰੇ ਨਾਲ ਕੀ ਵਾਪਰੇਗਾ। ਸ਼ਹਿਰ ਮਹਾਜ਼ਰਾਂ ਨਾਲ ਭਰਿਆ ਪਿਆ ਹੈ, ਸਾਰੇ ਅੰਜਮ ਤੱਕੀ ਜਿਹੇ ਸ਼ਰੀਫ ਤਾਂ ਨਹੀਂ ਹੋ ਸਕਦੇ। ਖੌਰੇ ਕਿਸੇ ਨੂੰ ਆਪਣੀ ਛਾਤੀ ਠੰਡੀ ਕਰਨ ਦਾ ਚੰਗਾ ਮੌਕਾ ਹੱਥ ਆ ਜਾਏ। ਮੈਨੂੰ ਮਾਂ ਯਾਦ ਆਈ, ਕਿਤਨਾ ਰੋਕਦੀ ਸੀ। ਨਿੱਕ ਸੁੱਕ ਚੁੱਕਣ ਦੇ ਬਹਾਨੇ ਮੈਂ ਗੁਸਲਖਾਨੇ ਵਿੱਚ ਚਲਾ ਗਿਆ। ਦਰਵਾਜ਼ਾ ਭੀੜ ਕੇ ਬੜਾ ਘੁਰਕਿਆ ਆਪਣੇ ਆਪ ਨੂੰ। ਕੀ ਦੁਰਘਟਨਾ ਗੈਸਟ ਹਾਊਸ ਵਿੱਚ ਨਹੀਂ ਹੋ ਸਕਦੀ? ਭਲਾ ਅੰਗਰੇਜ਼ੀ ਫੈਸ਼ਨ ਦੇ ਗੈਸਟ ਹਾਊਸਾਂ ਤੇ ਹੋਟਲਾਂ ਵਿੱਚ ਰਹਿ ਕੇ ਮੈਂ ਇੱਥੋਂ ਦੇ ਲੋਕਾਂ ਦਾ ਅਸਲੀ ਜੀਵਨ ਕਿਵੇਂ ਵੇਖ ਸਕਦਾ ਸਾਂ? ਪੁਲਿਸ ਇੰਸਪੈਕਟਰ ਨੇ ਤਾਂ ਦਰਅਸਲ ਮੇਰੇ ਉੱਪਰ ਬਹੁਤ ਵੱਡੀ ਮਿਹਰਬਾਨੀ ਕੀਤੀ ਹੈ। ਆਮ ਲੋਕਾਂ ਦੇ ਵਿੱਚ ਰਹਿਣ ਦਾ ਮੈਨੂੰ ਮੌਕਾ ਦੇ ਦਿੱਤਾ ਹੈ, ਜੋ ਕਿ ਮੈਨੂੰ ਬੰਬਈ ਵਿੱਚ ਵੀ ਨਹੀਂ ਮਿਲਦਾ। ਇਹੋ ਚਾਹ ਲੈ ਕੇ ਤਾਂ ਪਾਕਿਸਤਾਨ ਆਇਆ ਸਾਂ, ਰੱਜ ਰੱਜ ਕੇ ਲੋਕਾਂ ਦੀ ਬੋਲੀ ਸੁਣਾਂਗਾ। ਇਹ ਤਾਂ ਸਹਿਜ ਸੁਭਾਅ ਮੈਨੂੰ ਮੂੰਹ ਮੰਗੀ ਮੁਰਾਦ ਮਿਲ ਗਈ। ਹਾਲ ਦੀ ਘੜੀ ਮੇਰਾ ਹੌਸਲਾ ਬਰਕਰਾਰ ਹੋ ਗਿਆ। ਅੰਜਮ ਤੱਕੀ ਵੀ ਇਹ ਤਬਦੀਲੀ ਵੇਖ ਕੇ ਸੰਤੁਸ਼ਟ ਹੋਏ ਅਤੇ ਅਸਾਂ ਫੇਰ ਸ਼ੁੱਧ ਹਿੰਦੀ ਵਿੱਚ ਵਾਰਤਾਲਾਪ ਆਰੰਭ ਕੀਤਾ। ਚੰਗ 13 ਅਕਤੂਬਰ ਸ਼ਨੀਚਰਵਾਰ। ਸੱਚ ਫੂਲ ਐਂਡ ਫੇਅਰ ਡੇ ਆਈ ਹੈਵ ਨੋਟ ਸੀਨ। ਮੈਕਬੈਥ। ਇਤਨਾ ਚੰਦਰਾ ਤੇ ਇਤਨਾ ਚੰਗਾ ਦਿਨ ਮੈਂ ਕਦੇ ਨਹੀਂ ਵੇਖਿਆ। ਜ਼ੈਲਘਰ ਵਿੱਚ ਰਾਤ ਬੇਰਾਮੀ ਦੀ ਲੰਘੀ। ਥਾਂ ਮਾੜੀ ਨਹੀਂ ਸੀ, ਦਰਮਿਆਨੇ ਦਰਜੇ ਦੇ ਹੋਟਲ ਵਰਗੀ। ਬਾਜ਼ਾਰ ਵਿੱਚ ਹੋਣ ਦੇ ਬਾਵਜੂਦ ਨਿਵੇਕਲੀ ਸੀ, ਕਿਉਂਕਿ ਅੱਗੇ ਬਗੀਚਾ ਸੀ, ਅੰਦਰ ਖੁੱਲ੍ਹੇ ਵਿਹੜੇ ਦੇ ਆਲੇ ਦੁਆਲੇ ਬਰਾਂਡੇ ਤੇ ਕਮਰੇ। ਚੰਗੇ ਭਾਗਾਂ ਨੂੰ ਮੈਨੂੰ ਇੱਕ ਨੁੱਕਰ ਵਾਲਾ ਕਮਰਾ ਮਿਲ ਗਿਆ, ਜਿਸ ਦੇ ਨਾਲ ਗੁਸਲਖਾਨਾ ਵੀ ਸੀ। ਫਰਨੀਚਰ ਨਾ ਹੋਣ ਦੇ ਬਰਾਬਰ, ਪਰ ਕਮਰਾ ਸੋਹਣਾ ਤੇ ਮੋਕਲਾ ਸੀ। ਛੱਤ ਉੱਤੇ ਬਿਜਲੀ ਦਾ ਪੱਖਾ ਵੀ ਲੱਗਿਆ ਹੋਇਆ ਸੀ, ਜੋ ਚੱਲਣ ਵੇਲੇ ਕਾਫੀ ਜ਼ੋਰਦਾਰ ਖਟਰ ਖਟਰ ਕਰਦਾ ਸੀ। ਸਾਡੇ ਖਲੋਤਿਆਂ ਮਿਹਤਰ ਨੇ ਧੂੜਾਂ ਉਡਾ ਉਡਾ ਕੇ ਸਫਾਈ ਕੀਤੀ ਅਤੇ ਇੱਕ ਬੁੱਢੇ ਜਿਹੇ ਮਾਸ਼ਕੀ ਨੇ ਟੱਪ ਵਿੱਚ ਪਾਣੀ ਭਰ ਦਿੱਤਾ। ਰੋਟੀ ਤੱਕੀ ਸਾਹਿਬ ਦੇ ਘਰੋਂ ਖਾ ਆਇਆ ਸਾਂ। ਜਿਤਨੀ ਜਲਦੀ ਹੋ ਸਕਿਆ ਦਰਵਾਜ਼ੇ ਦੀਆਂ ਕੁੰਡੀਆਂ ਚਾੜੀਆਂ ਤੇ ਬਿਸਤਰਾ ਖੋਲ੍ਹ ਕੇ ਲੰਮਿਆਂ ਪੈਣ ਦੀ ਕੀਤੀ। ਬਾਰੀਆਂ ਵਿੱਚੋਂ ਨਿਮੀ ਨਿਮੀ ਠੰਡੀ ਹਵਾ ਅੰਦਰ ਆ ਰਹੀ ਸੀ। ਕਿਸੇ ਬਿਰਛ ਉੱਤੇ ਬੁਲਬੁਲ ਬੋਲ ਰਹੀ ਸੀ। ਬਿੰਦਕ ਲਈ ਮਨ ਪਛਾਂ ਦੌੜ ਪਿਆ, ਜਿਵੇਂ ਗਰਮੀਆਂ ਦੀਆਂ ਛੁੱਟੀਆਂ ਗੁਜ਼ਾਰ ਕੇ ਪਿੰਡੀਓਂ ਅੱਜ ਹੀ ਲਾਹੌਰ ਆਇਆ ਹੋਵਾਂ ਤੇ ਕਾਲਜ ਦੇ ਹੋਸਟਲ ਵਿੱਚ ਡੇਰਾ ਲਾਇਆ ਹੋਵੇ। ਜ਼ੈਲਘਰ ਦੀ ਇਮਾਰਤ ਨੂੰ ਵੇਖ ਕੇ ਪਹਿਲੀ ਨਜ਼ਰੇ ਸ਼ੱਕ ਵੀ ਪਿਆ ਸੀ ਕਿ ਸ਼ਾਇਦ ਕਿਸੇ ਜ਼ਮਾਨੇ ਵਿੱਚ ਕਿਸੇ ਸਕੂਲ ਜਾਂ ਕਾਲਜ ਦਾ ਹੋਸਟਲ ਰਹੀ ਹੋਵੇ। ਪਰ ਸੁਖਦਾਈ ਸੋਚਾਂ ਮਨ ਨੂੰ ਮਾਫਕ ਨਹੀਂ ਸਨ ਆ ਰਹੀਆਂ। ਬਾਰ-ਬਾਰ ਖਿਆਲ ਪੁਲਿਸ ਦੇ ਸਲੂਕ ਵੱਲ ਜਾਂਦਾ ਸੀ। ਮੈਂ ਸਿਰਫ ਸੈਰ ਲਈ ਅਤੇ ਆਪਣੇ ਵਤਨ ਦੇ ਦੀਦਾਰ ਲਈ ਪਾਕਿਸਤਾਨ ਆਇਆ ਸਾਂ, ਕੇਵਲ ਇੱਕ ਮਹਿਮਾਨ ਹੋ ਕੇ। ਕੋਈ ਵੀ ਐਸੀ ਹਰਕਤ ਜੋ ਇੱਕ ਮਹਿਮਾਨ ਲਈ ਨਾਜਾਇਜ਼ ਹੋਵੇ, ਮੇਰੀਆਂ ਨਜ਼ਰਾਂ ਵਿੱਚ ਕੁਫਰ ਸੀ। ਪਰ ਇਸ ਦੇ ਬਾਵਜੂਦ ਜੇ ਮੇਰੇ ਨਾਲ ਦੋਸ਼ੀਆਂ ਵਾਲਾ ਹੀ ਸਲੂਕ ਹੋਣਾ ਅਤੇ ਉਤਨੀ ਖੁੱਲ੍ਹ ਵੀ ਨਹੀਂ ਮਿਲਣੀ ਜੋ ਸੈਰ ਦੇ ਸਵਾਦ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੋਵੇ, ਤਾਂ ਫਿਰ ਪਰੋਲ ਉੱਤੇ ਨਿਕਲੇ ਕੈਦੀ ਵਾਂਗ ਭਟਕਣ ਦਾ ਕੀ ਲਾਭ? ਕਿਤਨਾ ਮੂਰਖ ਹਾਂ ਮੈਂ। ਬਗੈਰ ਕੋਈ ਪੁੱਛਗਿੱਛ ਕੀਤੇ ਮੂੰਹ ਚੁੱਕ ਕੇ ਇਕੱਲਾ ਨਿਕਲ ਪਿਆ। ਘੱਟ ਤੋਂ ਘੱਟ ਨਾਲ ਕੋਈ ਸਾਥੀ ਹੀ ਹੁੰਦਾ, ਦੁੱਖ ਸੁੱਖ ਵੰਡਾਉਣ ਲਈ, ਦਿਲ ਦਾ ਭਾਰਾ ਹੌਲਾ ਕਰਨ ਲਈ। ਤੱਕੀ ਅੰਜਮ ਕੀ ਸੋਚਦਾ ਹੋਵੇਗਾ? ਮੁਮਕਿਨ ਹੈ ਕੱਲ੍ਹ ਉਸ ਦੇ ਦਰਸ਼ਨ ਹੀ ਨਾ ਹੋਣ। ਦੂਜਾ ਨਾਮ ਡਾਕਟਰ ਨਜ਼ੀਰ ਨੇ ਸ਼ਾਇਦ ਸ਼ੇਰ ਅਫਜ਼ਲ ਜ਼ਾਫਰੀ ਦਾ ਦਿੱਤਾ ਸੀ। ਉਹ ਅੰਜਮ ਨੇ ਦੱਸਿਆ ਸੀ ਝੰਗ ਤੋਂ ਕਿਤੇ ਬਾਹਰ ਗਏ ਹੋਏ ਹਨ। ਸੱਚਮੁੱਚ ਗਏ ਹੋਏ ਹਨ ਜਾਂ ਇਹ ਨਾ ਮਿਲਣ ਦਾ ਬਹਾਨਾ ਹੈ? ਤਕਰੀਬਨ ਸਾਰੀ ਰਾਤ ਹੀ ਪਾਸੇ ਮਾਰਦਿਆਂ ਲੰਘ ਗਈ। ਜ਼ਰਾ ਕੱਖ ਲੱਗੇ ਫਿਰ ਚੇਤਨਾ ਦੇ ਅਖਾੜੇ ਵਿੱਚ ਦੰਗਲ ਛਿੜ ਪਏ। ਇਸ ਦਾ ਇੱਕ ਮਜ਼ੇਦਾਰ ਪਹਿਲੂ ਵੀ ਸੀ। ਮੈਂ ਵੇਖਿਆ ਸੀ ਕਿ ਮੇਰਾ ਮਨ ਝੰਗ ਦੀ ਬੋਲੀ ਬੋਲਣ ਲੱਗ ਪਿਆ ਹੈ, ਜਿਵੇਂ ਕੰਨ ਵਿੱਚ ਪਈਆਂ ਆਵਾਜ਼ਾਂ ਦਾ ਉਹਨੇ ਰਿਕਾਰਡ ਬਣਾ ਲਿਆ ਹੈ। ਕਿੱਡੀਆਂ ਉਮੀਦਾਂ ਲਾ ਕੇ ਘਰੋਂ ਟੁਰਿਆ ਸਾਂ, ਪਤਾ ਤਾਂ ਨਾ ਹੀ ਨਾ ਰੇਤ ਦੇ ਕਿਲਿਆਂ ਵਾਕਣ ਢਹਿ ਵੇ ਸਨ। ਜੇ ਤਮਾਈ ਮੈਂਡੀ ਇੱਥੋਂ ਖੈਰੀ ਮੇਰੀ, ਕੂਚ ਥੀ ਵੱਜੇ ਤਾਂ ਮਾਈ ਹੀਰ ਤੈਂਡੇ ਨਾਂ ਤੇ ਇੱਕ ਉੱਤਰ ਸੋ ਨਫਲ। ਭਲਾ ਇਹ ਨਫਲ ਕੀ ਚੀਜ਼ ਹੁੰਦੀ ਹੈ? ਅਖੀਰ ਮੈਂ ਇੱਕ ਫੈਸਲੇ ਉੱਤੇ ਪੁੱਜਾ। ਸਵੇਰੇ ਆਪਣਾ ਸਭ ਤੋਂ ਚੰਗਾ ਸੂਟ ਪਾ ਕੇ
ਸਿੱਧਾ ਡਿਪਟੀ ਕਮਿਸ਼ਨਰ ਜਾਂ ਸੁਪਰਡੈਂਟ ਪੁਲਿਸ ਨੂੰ ਜਾ ਕੇ ਮਿਲਾਂਗਾ, ਖੁੱਲ੍ਹ ਕੇ ਸਾਰੀ ਗੱਲ ਕਰਾਂਗਾ। ਜੇ ਉਸ ਤੋਂ ਬਾਅਦ ਪ੍ਰੋਗਰਾਮ ਮੁਤਾਬਕ ਅੱਗੇ ਟੁਰਨ ਦਾ ਕੋਈ ਮਤਲਬ ਦਿਸਿਆ ਤਾਂ ਠੀਕ, ਨਹੀਂ ਤਾਂ ਪਹਿਲੀ ਗੱਡੀ ਵਾਪਸ ਲਾਹੌਰ ਤੇ ਅੱਗੋਂ ਦਿੱਲੀ। ਇਸ ਫੈਸਲੇ ਨਾਲ ਮਨ ਦਾ ਟਿਕਾ ਤਾਂ ਹੋਇਆ, ਪਰ ਨੀਂਦਰ ਫਿਰ ਵੀ ਨਹੀਂ ਆਈ। ਥਾਂ ਜੋ ਨਵੀਂ ਸੀ, ਮੰਜੀ ਵਿੱਚ ਚੜ੍ਹਾਂ ਵੀ ਸਨ ਅਤੇ ਕਦੇ-ਕਦੇ ਮੱਛਰ ਵੀ ਫੇਰਾ ਮਾਰਦਾ ਸੀ। ਮੰਜੀ ਧਰੀਕ ਕੇ ਪੱਖੇ ਦੇ ਐਨ ਹੇਠਾਂ ਲੈ ਆਂਦੀ, ਪਰ ਹੁਣ ਡਰ ਇਸ ਗੱਲ ਦਾ ਸੀ ਕਿ ਕਿਤੇ ਖਟਰ-ਖਟਰ ਕਰਦਾ ਪੱਖਾ ਉੱਪਰ ਹੀ ਨਾ ਡਿੱਗੇ। ਕੇਵਲ ਇਹ ਹੀ ਨਹੀਂ, ਰਤਾ ਕੁਸਰਾਂ ਵਿੱਚ ਕੋਈ ਖੜਾਕ ਹੁੰਦਾ ਮੇਰੇ ਕੰਨ ਖਲੋ ਜਾਂਦੇ। ਅਖੀਰ ਆਪਣੇ ਅਧੀਰਜ ਮਨ ਨੂੰ ਸਜ਼ਾ ਦੇਣ ਦਾ ਮੈਂ ਹੱਠ ਜੋਗੀ ਪਾ ਫੜਿਆ। ਸੂਟਕੇਸ ਵਿੱਚੋਂ ਮੈਲੇ ਕੱਪੜੇ ਕੱਢੇ ਤੇ ਲੱਗਾ ਗੁਸਲਖਾਨੇ ਵਿੱਚ ਉਹਨਾਂ ਨੂੰ ਕੁੱਟਣ। ਜੁਰਾਬਾਂ, ਬਨਿਆਨਾਂ, ਨਾਈਲੌਨ ਦੀਆਂ ਕਮੀਜ਼ਾਂ ਸਭ ਧੋ ਸੁੱਟੀਆਂ, ਇੱਥੋਂ ਤੱਕ ਕਿ ਲਬਾਲਬ ਭਰਿਆ ਟੱਪ ਖਾਲੀ ਹੋ ਗਿਆ। ਉਸ ਤੋਂ ਬਾਅਦ ਆਪਣੇ ਆਪ ਨੂੰ ਹੋਰ ਥਕਾਉਣ ਲਈ ਡੰਡ ਬੈਠਕਾਂ ਕੱਢੀਆਂ। ਫੇਰ ਜਾ ਕੇ ਕਿਤੇ ਨੀਂਦਰ ਆਈ। ਉਦੋਂ ਕੁੱਕੜ ਬੋਲਣੇ ਸ਼ੁਰੂ ਹੋ ਗਏ। ਥੋੜਾ ਚਿਰ ਬਾਅਦ ਅਖਬਾਰ ਵੇਚਣ ਵਾਲਿਆਂ ਦੀ ਪ੍ਰਭਾਤ ਫੇਰੀ ਨੇ ਜਗਾ ਦਿੱਤਾ। ਇਹਨਾਂ ਦੀਆਂ ਆਵਾਜ਼ਾਂ ਉਤਨੀਆਂ ਧਮਾਕੇਦਾਰ ਨਹੀਂ ਸਨ ਜਿਤਨੀਆਂ ਦਿੱਲੀ ਪਟੇਲ ਨਗਰ ਵਿੱਚ ਸੁਣੀਂਦੀਆਂ ਹਨ। ਉੱਥੇ ਤਾਂ ਇੱਕ ਸੰਡੇ ਐਡੀਸ਼ਨ ਵੇਚਣ ਵਾਲੇ ਨੇ ਇੱਕ ਦਿਨ ਬਾਰੀ ਦੇ ਕੋਲ ਆ ਕੇ ਇਤਨੇ ਜ਼ੋਰ ਦਾ ਸੰਡੇ ਕਿਹਾ ਸੀ ਕਿ ਮੈਂ ਤੈਰ ਕੇ ਮੰਜੇ ਤੋਂ ਹੇਠਾਂ ਡਿੱਗ ਪਿਆ ਸਾਂ। ਪਰ ਇਹ ਝੰਗ ਦੀ ਬੋਲੀ ਵਾਂਗ ਹੀ ਮਿੱਠਾ ਕੂਕਦੇ ਸਨ, ਜਿਵੇਂ ਸੁੱਤਿਆਂ ਦੀ ਨੀਂਦਰ ਖਰਾਬ ਕਰਨ ਦਾ ਪਛਤਾਵਾ ਵੀ ਹੋਵੇ, ਪਰ ਸਿਆਲੇ ਦੀ ਮੱਖੀ ਵਾਂਗ ਹੈ ਸਨ ਚਮੜਿੱਤੂ। ਕਮਰੇ ਦਾ ਬੂਹਾ ਅੰਦਰੋਂ ਬੰਦ ਵੇਖ ਕੇ ਇਹ ਨਹੀਂ ਕਿ ਅੱਗੇ ਲੰਘ ਜਾਣ, ਖਲੋ ਕੇ ਲਗਾਤਾਰ ਕੁੱਕੀ ਜਾਂਦੇ ਤੇ ਜਵਾਬ ਨਾ ਮਿਲਦਾ ਵੇਖ ਕੇ ਉਹਨੂੰ ਠਕੋਰਨ ਵੀ ਲੱਗ ਪੈਂਦੇ। ਮੈਂ ਕੋਈ 4 ਵਾਰੀ ਉੱਠ ਕੇ ਅਖਬਾਰ ਖਰੀਦੀ ਹੋਵੇਗੀ, ਸਭੇ ਉਰਦੂ ਵਿੱਚ। ਜੇ ਆਖਾਂ ਭਾਈ ਮੈਂ ਪਹਿਲਾਂ ਖਰੀਦ ਚੁੱਕਾ ਤਾਂ ਅੱਗੋਂ ਜਵਾਬ ਮਿਲਦਾ, ਹਿੱਕ ਸਾਡੇ ਕੋਲੋਂ ਵੀ ਲੈ ਹੀ ਲਓ ਨਾ, ਅੱਲਾ ਸ਼ਾਨਾ ਕਾਇਮ ਰੱਖੇ। ਸ਼ਾਇਦ ਇਹਨਾਂ ਨੇ ਵੀ ਮੈਨੂੰ ਸੁੰਘ ਲਿਆ ਸੀ। ਇਹ ਲੋਕ ਮੁੰਡੇ ਖੁੰਡੇ ਨਹੀਂ, ਚੰਗੀ ਦਿੱਖ ਵਾਲੇ ਗੱਭਰੂ ਜਵਾਨ ਸਨ। ਇਹਨਾਂ ਦਾ ਇਸ ਵੇਲੇ ਹਲਾਂ ਪੰਜਾਲੀਆਂ ਚੁੱਕ ਕੇ ਖੇਤਾਂ ਵੱਲ ਚਾਲੇ ਪਾਉਣਾ ਜ਼ਿਆਦਾ ਸੁਭਾਵਕ ਹੁੰਦਾ। ਇੰਜ ਢਿੱਲ ਲਾ ਕੇ ਅਖਬਾਰ ਵੇਚਣਾ ਆਰਥਿਕ ਊਣਤਾ ਦਾ ਵੀ ਸੂਚਕ ਸੀ। ਖੌਰੇ ਕਿਹੜੇ ਪਿੰਡਾਂ ਦੇ ਲੋਕ ਸਨ ਇਹ। ਸੁਣਿਆ ਸੀ ਕਿ ਸੰਦਲਬਾਰ ਦਾ ਬਹੁਤ ਸਾਰਾ ਇਲਾਕਾ ਸੇਮ ਦਾ ਸ਼ਿਕਾਰ ਹੋ ਗਿਆ ਹੈ ਅਤੇ ਜੱਟਾਂ ਦੀਆਂ ਪਰੇਸ਼ਾਨੀਆਂ ਬੜੀਆਂ ਵੱਧ ਗਈਆਂ ਹਨ। ਮਾਸਕੀ ਨੂੰ ਵੀ ਰਾਤੀ ਜਦੋਂ ਮੈਂ ਅਠਿਆਨੀ ਬਖਸ਼ਿਸ਼ ਦਿੱਤੀ ਤਾਂ ਉਹਨੇ ਇੰਨੀਆਂ ਦਵਾਵਾਂ ਦਿੱਤੀਆਂ ਕਿ ਮੇਰਾ ਰੁੱਗ ਪਰ ਆਇਆ ਸੀ। ਹਾਲੀ ਵੀ ਸਿਰਫ 6 ਵਜੇ ਸਨ। ਨਰਮ ਤੇ ਮਿੱਠੀ ਠੰਡ ਸੀ। ਮੈਂ ਬੂਹਾ ਬੰਦ ਕਰਕੇ ਫਿਰ ਸੌਂ ਗਿਆ। ਉੱਠਣ ਦੀ ਕੋਈ ਜਲਦੀ ਵੀ ਤਾਂ ਨਹੀਂ ਸੀ। ਕਿਸੇ ਵੱਡੇ ਅਫਸਰ ਨੂੰ ਮਿਲਣ ਤੋਂ ਸਿਵਾ ਮੇਰਾ ਹੋਰ ਕੋਈ ਪ੍ਰੋਗਰਾਮ ਨਹੀਂ ਸੀ। ਥੋੜਾ ਚਿਰ ਹੀ ਸੁੱਤਾ ਹੋਵਾਂਗਾ, ਫਿਰ ਦਰਵਾਜ਼ਾ ਖੜਕਿਆ। ਸ਼ਾਇਦ ਕੋਈ ਮੁਲਾਜ਼ਮ ਚਾਹ ਲੈ ਆਇਆ ਹੋਵੇ, ਪਰ ਇਹ ਕਿਵੇਂ ਹੋ ਸਕਦਾ ਸੀ? ਇਹ ਸਰਾਂ ਹੈ, ਕੋਈ ਹੋਟਲ ਤਾਂ ਨਹੀਂ। ਬੇਦਿਲੀ ਨਾਲ ਬੂਹਾ ਖੋਲ੍ਹਿਆ। ਉਹ ਪੱਤਰਕਾਰ ਖੜੇ ਸਨ ਜਿਨ੍ਹਾਂ ਨਾਲ ਤੱਕੀ ਸਾਹਿਬ ਨੇ ਰਾਤੀ ਪਛਾਣ ਕਰਾਈ ਸੀ। ਨਾ ਮੇਰੀ ਯਾਦ ਵਿੱਚੋਂ ਲੱਥ ਗਿਆ ਸੀ ਉਹਨਾਂ ਦਾ ਪਹਿਰਾਵਾ, ਯੂਰਪੀਨ ਅਤੇ ਮੂੰਹ ਵਿੱਚ ਸਵੇਰੇ ਪਾਨ। ਇਹ ਕਹਿਣਾ ਵੀ ਔਖਾ ਸੀ ਕਿ ਪੰਜਾਬੀ ਹਨ ਜਾਂ ਯੂਪੀ ਦੇ ਪਾਸੇ ਦੇ। ਭਲਾ ਇਸ ਵੇਲੇ ਇਹਨਾਂ ਨੂੰ ਮੇਰੇ ਨਾਲ ਕੀ ਕੰਮ ਪੈ ਗਿਆ ਸੀ? ਮੈਂ ਰਸਮੀ ਤੌਰ ਤੇ ਪੁੱਛਿਆ, ਫਰਮਾਈਏ। मेरा नाम बिलाल ज़ुबैरी है, पाकिस्तान टाइम्स, इमरोज़ और कुछ दूसरे अखबारों का नुमाइंदा हूँ। आपको याद होगा मैं रात आपको मिला था। तकी अंज़म मेरे प्यारे दोस्त हैं। जी हाँ, वो तो मुझे अच्छी तरह याद है, पर इस वक्त मैं आपकी क्या खिदमत कर सकता हूँ? वो इतना वधिया उर्दू बोलदा सी कि ਉਹਦੇ ਪੰਜਾਬੀ ਹੋਣ ਦਾ ਮੈਨੂੰ ਸ਼ੱਕ ਵੀ ਨਾ ਹੋਇਆ, ਵਰਨਾ ਤਕੱਲਫ ਦੀ ਕੰਧ ਭਾਵੇਂ ਟੁੱਟ ਹੀ ਜਾਂਦੀ। बिलाल ने हंस के जवाब दिता, खिदमत का शर्फ तो मैं हासिल करना चाहता हूँ। अगर आप इजाज़त दे तो अंदर आ जाऊँ। देखिए, मैं अपनी आवाज़ ऊपर झट जरा बख्तर चाढ़ लिया। अभी तो उठा ही हूँ, अगर आप घंटे भर बाद तशरीफ़ ले आए तो। ਉਹਦੇ ਮੱਥੇ ਉੱਤੇ फिर भी वट नहीं आया। हाँ, अच्छी बात है, आप तैयार हो जाइए, मगर आज के लिए प्रोग्राम क्या सोचा हुआ है आपने? तकी अंज़म तो 9 बजे कल चले जाएंगे, आप क्या करेंगे? मैं पहले डीएम या पुलिस सुपरडेंट से मिलूंगा, बाकी प्रोग्राम बाद में बना सकूंगा, मैं जवाब देता।
डीएम और एसपी तो किसी कत्ल की वारदात के सिलसिले में जंग से बाहर गए हुए हैं। हाँ, अगर एडीएम से मिलना चाहते हो तो मैं आपको ले चलूँगा। शुक्रिया। ਹੁਣ ਮੈਨੂੰ ਆਪਣੀ ਬੇਮਰਵਤੀ ਉੱਤੇ पशेमान होना पै रहा सी। आइए बैठिए ना, मैं अभी चाय मंगवाता हूँ। नहीं, चाय बाद में पियेंगे, पहले आप तैयार हो जाइए, ये कह के वो चला गया। घंटे डेढ़ के बाद उसने मैनू बुला लियान लई अपने छोटे वीर अब्बास नूं भेजा। आखे, भैया अपने दफ्तर में आपका इंतज़ार कर रहे हैं। मैं सोच विच पै गया, जावां कि नहीं, पता नहीं कित्थे है ये दफ्तर। राती कोई प्रोग्राम तय नहीं सी होया ते ना मैं उहनूं चंगी तरह जाणदा सां। मन फेर भैड़े पासे तुर पिया। पर पहलां भी बलाल ज़ुबैरी नाल रुखा पेश आ चुक्या सां। राती फैसला जो कीता सी कायरतां नूं नेड़े ना आउण देण दा। भावें मन अंदरों कितना भी उचाट होवे, कमरे नूं जंदरा मार के चाबी जेब विच पाई ते मुंडे नाल टुर पिया। ਵੱਡੇ ਬਾਜ਼ਾਰ ਵਿੱਚੋਂ ਲੰਘ ਕੇ ਅਸੀਂ ਇੱਕ ਤੰਗ ਜਿਹੇ ਬਾਜ਼ਾਰ ਵਿੱਚ ਦਾਖਲ ਹੋਏ। ਵੱਡਾ ਬਾਜ਼ਾਰ ਵੀ ਬਹੁਤਾ ਸਾਫ਼ ਸੁਥਰਾ ਨਹੀਂ ਸੀ, ਪਰ ਇਹ ਛੋਟਾ ਤਾਂ ਜਿਉਂ-ਜਿਉਂ ਅਸੀਂ ਅੱਗੇ ਵਧਦੇ ਗਏ ਕਾਫੀ ਗੰਦਾ ਜਾਪਣ ਲੱਗ ਪਿਆ। ਮੱਖੀਆਂ ਦੀ ਇਤਨੀ ਪਰਮਾਰ ਮੈਂ ਕਦੇ ਨਹੀਂ ਸੀ ਵੇਖੀ। ਇੰਜ ਦਿਸਦਾ ਸੀ ਜਿਵੇਂ ਅਸਮਾਨ ਤੋਂ ਇਹਨਾਂ ਦੀ ਬਾਰਿਸ਼ ਹੋ ਰਹੀ ਹੋਵੇ। ਲੋਕੀ ਵੀ ਸਿਹਤਵੰਨੇ ਨਹੀਂ ਸਨ ਦਿਸਦੇ, ਪਰ ਨਾਗਰਿਕ ਜੀਵਨ ਨੂੰ ਸਮੂਹਿਕ ਸਹਿਯੋਗ ਨਾਲ ਸੋਹਣਾ ਤੇ ਸੁਥਰਾ ਬਣਾਉਣ ਦੀ ਲੋੜ ਮੈਂ ਸਮਝਦਾ ਹਾਂ ਪੰਜਾਬੀਆਂ ਨੂੰ ਹਾਲਾ ਮਹਿਸੂਸ ਹੀ ਨਹੀਂ ਹੋਈ। ਪਿਛਲੇ ਸਾਲ ਅੰਮ੍ਰਿਤਸਰ ਵਿੱਚ ਮੈਂ ਕੋਈ ਘੱਟ ਗਲਾਜ਼ਤ ਨਹੀਂ ਸੀ ਵੇਖੀ। ਅਸੀਂ ਪੰਜਾਬੀ ਦੂਜੇ ਇਲਾਕਿਆਂ ਦੇ ਲੋਕਾਂ ਦੀ ਨੁਕਤਾਚੀਨੀ ਕਰਨ ਵਿੱਚ ਬੜਾ ਸਵਾਦ ਲੈਂਦੇ ਹਾਂ। ਉਹ ਜੀ ਕਸ਼ਮੀਰੀ ਬੜੇ ਗੰਦੇ, ਉਹ ਜੀ ਮਦਰਾਸੀ, ਉਹਨਾਂ ਨੂੰ ਤਾਂ ਚਾਵਲ ਖਾਂਦਿਆਂ ਵੇਖ ਕੇ ਘਰੀਚ ਆਉਂਦੀ ਹੈ। ਉਹ ਜੀ ਬੰਗਾਲੀ ਹਰ ਵੇਲੇ ਪਾਨ ਖਾ ਖਾ ਕੇ ਥੁੱਕਦੇ ਰਹਿੰਦੇ ਨੇ। ਪਰ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦਾ ਅਸੀਂ ਖੇਚਲ ਨਹੀਂ ਕੀਤੀ। 2 ਸਾਲ ਹੋਏ ਮੈਂ ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਸ਼ਹਿਰ ਅਹਿਮਦਨਗਰ ਗਿਆ ਸਾਂ। ਉਹ ਅਹਿਮਦਨਗਰ ਜਿੱਥੇ ਕਾਂਗਰਸੀ ਨੇਤਾ 1942 ਦੇ ਅੰਦੋਲਨ ਵਿੱਚ ਨਜ਼ਰਬੰਦ ਕੀਤੇ ਗਏ ਸਨ। ਆਬਾਦੀ ਕੁੱਲ 70,000 ਹੈ। ਅੰਮ੍ਰਿਤਸਰ ਦਾ ਤੀਜਾ ਜਾਂ ਚੌਥਾ ਹਿੱਸਾ। ਪਰ ਇੱਥੋਂ ਦੀ ਨਗਰ ਸਭਾ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਵੇਖ ਕੇ ਮੈਂ ਹੈਰਾਨ ਰਹਿ ਗਿਆ। ਸ਼ਹਿਰ ਵੱਲ ਕਿਤੇ ਖੁੱਲ੍ਹੇ ਗਟਰ ਨਹੀਂ। ਸ਼ਹਿਰ ਦੇ ਕੇਂਦਰ ਵਿੱਚ ਨਵੀਂ ਅਜੋਕੇ ਡਿਜ਼ਾਈਨ ਦੀ ਪੱਕੀ ਤੇ ਸ਼ਾਨਦਾਰ ਮਾਰਕੀਟ ਬਣਾਈ ਗਈ ਹੈ। ਸਭ ਦੁਕਾਨਾਂ ਇੱਥੇ ਹੀ ਲੱਗਦੀਆਂ ਹਨ। ਮਾਰਕੀਟ ਦੀ ਉੱਪਰ ਵਾਲੀ ਮੰਜ਼ਲ ਉੱਤੇ ਪੜ੍ਹਨ ਕਮਰੇ ਬਣਾਏ ਗਏ ਹਨ, ਜਿਨ੍ਹਾਂ ਵਿੱਚ ਸ਼ਾਮ ਨੂੰ ਗਰੀਬ ਵਿਦਿਆਰਥੀ ਜਿਨ੍ਹਾਂ ਦੇ ਘਰ ਇਕਾਂਤ ਬਹਿ ਕੇ ਪੜ੍ਹਨ ਲਿਖਣ ਦੀ ਥਾਂ ਨਹੀਂ, ਬੈਠ ਕੇ ਅਧਿਐਨ ਕਰਦੇ ਹਨ। ਇਹਨਾਂ ਲਈ ਨਾ ਕੇਵਲ ਕੁਰਸੀਆਂ, ਮੇਜ਼ਾਂ ਅਤੇ ਅਲਮਾਰੀਆਂ ਦਾ, ਸਗੋਂ ਪੱਖਿਆਂ ਤੀਕ ਦਾ ਪ੍ਰਬੰਧ ਹੈ। ਮਾਰਕੀਟ ਦੇ ਉੱਪਰ ਘੰਟਾ ਘਰ ਹੈ। ਸਵੇਰ ਦੇ 6 ਵੱਜਣ ਦੇ ਨਾਲ ਹੀ ਘੜੀ 15 ਮਿੰਟ ਲਈ ਸ਼ਹਿਨਾਈ ਦਾ ਰਿਕਾਰਡ ਵਜਾਉਂਦੀ ਹੈ, ਨਾਗਰਿਕਾਂ ਦੇ ਮਨ ਨੂੰ ਹੁਲਾਰਾ ਦੇਣ ਲਈ। ਮਿਊਨਿਸਪੈਲਿਟੀ ਦੀ ਆਪਣੀ ਇੱਕ ਲੈਬੋਰਟਰੀ ਹੈ, ਜਿਸ ਵਿੱਚ ਐਕਸ-ਰੇ ਦਾ ਅਤੇ ਹੋਰ ਹਰ ਪ੍ਰਕਾਰ ਦੀ ਪ੍ਰੀਖਿਆ ਕਰਨ ਦਾ ਇੰਤਜ਼ਾਮ ਹੈ। ਸਕੂਲ ਜਾਣ ਵੇਲੇ ਹਰ ਬੱਚੇ ਦੀ ਮੁਫਤ ਪ੍ਰੀਖਿਆ ਕੀਤੀ ਜਾਂਦੀ ਹੈ, ਤਾਂ ਜੋ ਉਹਦੀ ਸਰੀਰਕ ਸੁਰੱਖਿਆ ਦਾ ਪ੍ਰਬੰਧ ਕੀਤਾ ਜਾ ਸਕੇ। ਮਿਊਨਿਸਪੈਲਿਟੀ ਵੱਲੋਂ ਇੱਕ 3 ਮੰਜ਼ਲਾ ਪ੍ਰਸੂਤ ਗ੍ਰਹਿ ਬਣਾਇਆ ਗਿਆ ਹੈ। ਇੱਥੇ ਗਰੀਬ ਤੀਵੀਆਂ ਨੂੰ ਕੇਵਲ 1 ਰੁਪਈਆ ਰੋਜ਼ ਦੇਣਾ ਪੈਂਦਾ ਹੈ ਅਤੇ ਹੋਰ ਕੋਈ ਫੀਸ ਨਹੀਂ। ਮਿਊਨਿਸਪੈਲਿਟੀ ਵੱਲੋਂ ਵਿਆਹ ਸ਼ਾਦੀ ਆਦਿਕ ਦੇ ਸਮਾਗਮ ਲਈ ਇੱਕ ਵੱਡਾ ਸਾਰਾ ਹਾਲ ਬਣਾਇਆ ਗਿਆ ਹੈ, ਜੋ ਮਜ਼ਹਬ, ਜ਼ਾਤ ਪਾਤ ਦਾ ਖਿਆਲ ਕੀਤੇ ਬਗੈਰ ਹਰ ਨਾਗਰਿਕ ਲਈ ਖੁੱਲ੍ਹਾ ਹੈ। ਮਿਊਨਿਸਪੈਲਿਟੀ ਨੇ ਪਾਰਕ ਵਿੱਚ ਲੋਕਾਂ ਦੇ ਤਰਨ ਵਾਸਤੇ ਤਲਾਅ ਵੀ ਬਣਾਇਆ ਹੈ, ਜਿਹਦਾ ਨਾਪ ਓਲੰਪਿਕ ਮਿਆਰ ਦੇ ਅਨੁਸਾਰ ਹੈ ਅਤੇ ਬੰਬਈ ਜਾਂ ਦਿੱਲੀ ਦੀ ਕਿਸੇ ਉੱਗੀ ਕਲੱਬ ਦੇ ਤਲਾਅ ਤੋਂ ਘੱਟ ਨਹੀਂ। ਸ਼ਹਿਰ ਦਾ ਆਪਣਾ ਓਪਨ ਏਅਰ ਥੀਏਟਰ ਹੈ। ਹੋਰ ਤਾਂ ਹੋਰ ਸ਼ਮਸ਼ਾਨ ਭੂਮੀ ਤੱਕ ਨੂੰ ਇੱਕ ਸ਼ਾਂਤਦਾਇਕ ਥਾਂ ਬਣਾ ਦਿੱਤਾ ਗਿਆ ਹੈ। ਇੱਥੇ ਨਹਾਣ ਧੋਣ ਦਾ ਇੰਤਜ਼ਾਮ ਹੈ। ਪ੍ਰਾਰਥਨਾ ਲਈ ਚਬੂਤਰਾ ਬਣਾਇਆ ਹੋਇਆ ਹੈ। ਲੱਕੜਾਂ ਬਾਜ਼ਾਰ ਨਾਲੋਂ ਇੱਥੇ ਬਹੁਤ ਸਸਤੇ ਨਿਰਖ ਉੱਤੇ ਮਿਲ ਜਾਂਦੀਆਂ ਹਨ। ਚਿਤਾਵਾਂ ਉੱਪਰ ਟੀਨ ਦੇ ਸ਼ੈੱਡ ਬਣਾ ਦਿੱਤੇ ਗਏ ਹਨ, ਤਾਂ ਜੋ ਬਾਰਿਸ਼ ਵੇਲੇ ਵੀ ਨਿਰਵਿਘਨਤਾ ਨਾਲ ਸੰਸਕਾਰ ਕੀਤਾ ਜਾ ਸਕੇ। ਤੇ ਮੈਂ ਸਭ ਵੇਖ ਕੇ ਮਹਿਸੂਸ ਕੀਤਾ ਕਿ ਅਸਾਂ ਪੰਜਾਬੀਆਂ ਅਜੇ ਦੂਜਿਆਂ ਤੋਂ ਬਹੁਤ ਕੁਝ ਸਿੱਖਣਾ ਹੈ। ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਬੇਅਰਥ ਗੱਲਾਂ ਉੱਪਰ ਮਰ ਮਿਟਣ ਦੀ ਬਿਰਤੀ ਨੂੰ ਤਿਆਗ ਕੇ ਜੀਵਨ ਨੂੰ ਉਚੇਰੀ ਪੱਧਰ ਤੋਂ ਵੇਖਣ ਦੇ ਯੋਗ ਹੋ ਜਾਈਏ। ਬਿਲਾਲ ਜ਼ੁਬੈਰੀ ਦਾ ਦਫ਼ਤਰ ਇੱਕ ਭੀੜੀ ਜਿਹੀ ਗਲੀ ਵਿੱਚ ਸੀ। ਇਤਨਾ ਨਿੱਕਾ ਕਿ ਖੇਡ ਜਿਹੀ ਜਾਪਦਾ ਸੀ, ਪਰ ਟੈਲੀਫੋਨ ਲੱਗਿਆ ਹੋਇਆ ਸੀ ਅਤੇ ਮੇਜ਼ ਉੱਤੇ ਅੱਜ ਦੇ ਅਖਬਾਰਾਂ ਦਾ ਢੇਰ ਸੀ। ਮੈਂ ਸਵੇਰੇ ਅਖਬਾਰ ਖਰੀਦੇ, ਪਰ ਪੜ੍ਹੇ ਨਹੀਂ ਸਨ।
ਬਿਲਾਲ ਨੇ ਬੜੀ ਸੁਹਿਰਦਤਾ ਨਾਲ ਕਿਹਾ ਕਿ ਉਹ ਮੈਨੂੰ ਲੈਣ ਲਈ ਖੁਦ ਇਸ ਲਈ ਨਹੀਂ ਆ ਸਕੇ ਕਿਉਂਕਿ ਏਡੀਐਮ ਸਾਹਿਬ ਕੋਲੋਂ ਫੋਨ ਕਰਕੇ ਮਿਲਣ ਦਾ ਵਕਤ ਲੈਣਾ ਸੀ। ਇਸੇ ਲਈ ਹੁਣ ਵੀ ਫੋਨ ਦੇ ਸਿਰਹਾਣੇ ਬੈਠੇ ਹੋਏ ਸਨ। ਮੇਰਾ ਭਟਕਿਆ ਹੋਇਆ ਮਨ ਆਪਣੇ ਹੋਸ਼ੇਪਣ ਤੇ ਸ਼ਰਮਸਾਰ ਹੋਇਆ ਅਤੇ ਪੂਰੀ ਤਰ੍ਹਾਂ ਸਿਦਕ ਵਾਲੀ ਰਾਹ ਤੇ ਆ ਗਿਆ। ਮੇਜ਼ ਉੱਤੇ ਪਏ ਉਰਦੂ ਅਖਬਾਰ ਮੈਂ ਚੁੱਕ ਚੁੱਕ ਕੇ ਵੇਖਣੇ ਸ਼ੁਰੂ ਕੀਤੇ। ਕੋਸਤਾਨ, ਗਰੀਬ, ਇਮਰੋਜ਼। ਇੱਕ ਗੱਲ ਵੇਖ ਕੇ ਮੈਨੂੰ ਬੜੀ ਸਖਤ ਹੈਰਾਨੀ ਹੋਈ। ਹਰ ਅਖਬਾਰ ਦੇ ਪਹਿਲੇ ਸਫ਼ੇ ਉੱਤੇ ਤਰੀਕ ਸਿਰਫ ਈਸਵੀ ਤੇ ਹਿਜਰੀ ਸਾਨੀ ਨਹੀਂ ਸਗੋਂ ਬਿਕਰਮੀ ਸੰਮਤ ਵਿੱਚ ਵੀ ਦਿੱਤੀ ਹੋਈ ਸੀ, ਜਿਵੇਂ 13 ਅਕਤੂਬਰ 1962 ਬਰੋਜ਼ ਸ਼ਨੀਚਰ, 13 ਜਮਾਦੀ ਅਲ ਅਵਲ 1282, 27 ਆਸਵਾਨ ਅੱਸੂ 2019 ਬਿਕਰਮੀ। ਮੈਂ ਬਿਲਾਲ ਨੂੰ ਕਿਹਾ, ਇੱਥੇ ਅਖਬਾਰਾਂ ਵਿੱਚ ਬਿਕਰਮੀ ਸੰਮਤ ਵੀ ਛਾਪਦੇ ਨੇ? ਅੱਗੋਂ ਲਾਪਰਵਾਹੀ ਨਾਲ ਬੋਲਿਆ, ਇਸ ਵਿੱਚ ਹੈਰਾਨ ਹੋਣ ਦੀ ਕਿਹੜੀ ਗੱਲ ਹੈ? ਪਰ ਦਿਲੋਂ ਮੇਰੇ ਸਵਾਲ ਤੋਂ ਖੁਸ਼ ਹੋਇਆ ਜਾਪਦਾ ਸੀ। ਉਹਦੇ ਚਿਹਰੇ ਦਾ ਭਾਵ ਕਹਿ ਰਿਹਾ ਸੀ, ਅਸੀਂ ਲੋਕ ਇਤਨੇ ਮੁਤੱਸਬ ਨਹੀਂ ਜਿਤਨਾ ਤੁਸੀਂ ਸਾਨੂੰ ਸਮਝਦੇ ਹੋ। ਪਰ ਹੈਰਾਨ ਹੋਣ ਦੀ ਗੱਲ ਤਾਂ ਇਹ ਸੀ ਹੀ, ਜਦੋਂ ਕਿ ਪਾਕਿਸਤਾਨੀ ਪੰਜਾਬ ਵਿੱਚ ਹਿੰਦੂਆਂ ਦੀ ਸੰਖਿਆ ਆਟੇ ਵਿੱਚ ਲੂਣ ਮਾਤਰ ਵੀ ਨਹੀਂ ਰਹੀ। ਇਹਦਾ ਇੱਕੋ ਕਾਰਨ ਹੋ ਸਕਦਾ ਸੀ, ਉਹ ਇਹ ਕਿ ਸ਼ਹਿਰਾਂ ਤੇ ਪਿੰਡਾਂ ਦੀ ਗਰੀਬੜੀ ਵਸੋਂ ਹਾਲੀ ਵੀ ਮਹੀਨਿਆਂ ਨੂੰ ਚੇਤਰ, ਵਿਸਾਖ, ਜੇਠ, ਹਾੜ ਆਦਿ ਨਾਵਾਂ ਨਾਲ ਹੀ ਗਿਣਦੀ ਹੈ। ਅਖਬਾਰਾਂ ਵਾਲਿਆਂ ਨੂੰ ਮਜਬੂਰਨ ਬਿਕਰਮੀ ਸੰਮਤ ਛਾਪਣਾ ਪੈਂਦਾ ਹੈ। ਟੈਲੀਫੋਨ ਦੀ ਮਸਰੂਫੀਅਤ ਮੁੱਕਣ ਤੋਂ ਪਹਿਲਾਂ ਹੀ ਘਰ ਦੇ ਅੰਦਰੋਂ ਨਾਸ਼ਤੇ ਦੀਆਂ ਤਸ਼ਤਰੀਆਂ ਆਉਣੀਆਂ ਸ਼ੁਰੂ ਹੋ ਗਈਆਂ। ਆਮਲੇਟ, ਟੋਸਟ, ਸੇਬ, ਅੰਗੂਰ, ਕੇਲਾ, ਮਠਿਆਈ, ਚਾਹ। ਮੈਂ ਤੇ ਨਾਸ਼ਤਾ ਕਰ ਆਇਆ, ਅਬਾਸ ਕੋਲੋਂ ਪੁੱਛ ਲਓ। ਅਬਾਸ ਬੂਹੇ ਕੋਲ ਖਲੋਤਾ ਮੁਸਕਰਾ ਰਿਹਾ ਸੀ। ਕਹਿਣ ਲੱਗਾ, ਇੱਕ ਵਾਰੀ ਹੋਰ ਖਾ ਲਓ। ਕਿਸੇ ਨੇ ਇਨਕਾਰ ਨਹੀਂ ਮੰਨਿਆ। ਦੁਬਾਰਾ ਨਾਸ਼ਤਾ ਕਰਨਾ ਪਿਆ। ਨਾਸ਼ਤੇ ਪਿੱਛੋਂ ਪਾਣਦਾਨ ਵੀ ਸਾਹਮਣੇ ਆ ਗਿਆ। ਦਿੱਲੀ ਤੇ ਲਖਨਊ ਦੇ ਲੋਕ ਭਾਰੀ ਸੰਖਿਆ ਵਿੱਚ ਝਾਂਗਾ ਵਸੇ ਹਨ ਅਤੇ ਪਾਨ ਖੂਬ ਜ਼ੋਰਾਂ ਸ਼ੋਰਾਂ ਨਾਲ ਪ੍ਰਚਲਿਤ ਕਰ ਦਿੱਤਾ ਹੈ। ਬਿਲਾਲ ਨਿਰੰਤਰ ਪਾਨ ਖਾਂਦਾ ਹੈ, ਇਸੇ ਕਰਕੇ ਮੈਨੂੰ ਉਸਦੇ ਗੈਰ ਪੰਜਾਬੀ ਹੋਣ ਦਾ ਸ਼ੱਕ ਪਿਆ ਸੀ। ਕਚਹਿਰੀ ਵਿੱਚ ਏਡੀਐਮ ਸਾਹਿਬ ਕਿਸੇ ਮੁਕੱਦਮੇ ਦੀ ਪੈਰਵੀ ਕਰ ਰਹੇ ਸਨ। ਬੜੇ ਆਦਰ ਨਾਲ ਉਹਨਾਂ ਮੈਨੂੰ ਉੱਪਰ ਕਠਵਾਰੇ ਵਿੱਚ ਆਪਣੇ ਕੋਲ ਬਿਠਾ ਲਿਆ। ਬਿਲਾਲ ਅਦਾਲਤ ਦੇ ਸਧਾਰਨ ਹਜੂਮ ਵਿੱਚ ਖੜਾ ਸਾਡੇ ਵੱਲ ਇੰਜ ਵੇਖ ਰਿਹਾ ਸੀ ਜਿਵੇਂ ਮੈਨੂੰ ਉੱਚੇ ਅਹੁਦੇ ਉੱਤੇ ਪਹੁੰਚਾ ਕੇ ਖੁਸ਼ ਹੋ ਰਿਹਾ ਹੋਵੇ। ਉਹਦੀ ਉਮਰ 35 ਦੇ ਲਗਭਗ ਹੋਵੇਗੀ, ਪਰ ਇਸ ਵੇਲੇ ਬਿਲਕੁਲ ਮੁੰਡਾ ਜਿਹਾ ਲੱਗ ਰਿਹਾ ਸੀ। ਉਹਦੇ ਗੋਰੇ ਮੁਖੜੇ ਉੱਤੇ ਅਪਣੱਤ ਦਾ ਨਿੱਘ ਸੀ। ਮੈਨੂੰ ਹੁਣ ਭਾਸਿਆ ਕਿ ਕੱਦ ਭਾਵੇਂ ਉਹਦਾ ਬਹੁਤਾ ਵੱਡਾ ਨਹੀਂ, ਫਿਰ ਵੀ ਉਹ ਬੜਾ ਹਸੀਨ ਆਦਮੀ ਹੈ ਅਤੇ ਉਹਦੀਆਂ ਅੱਖਾਂ ਵਿੱਚ ਕਮਾਲ ਦਾਨਸ਼ਵਰੀ ਦਾ ਚਾਨਣ ਹੈ। ਏਡੀਐਮ ਸਾਹਿਬ ਬੜੇ ਹੀ ਸੱਜਣ ਆਦਮੀ ਸਨ। ਦਿੱਲੀ ਦੇ ਜੰਮਪਲ ਹੋਣ ਕਰਕੇ ਬਹੁਤ ਹੀ ਵਧੀਆ ਤੇ ਚੁਸਤ ਉਰਦੂ ਬੋਲਦੇ ਸਨ। ਜਦੋਂ ਮੈਂ ਉਹਨਾਂ ਅੱਗੇ ਆਪਣੀ ਆਪ ਬੀਤੀ ਰੱਖੀ ਤਾਂ ਉਹਨਾਂ ਦੇ ਮੂੰਹੋਂ ਆਪ ਮੁਹਾਰੇ ਕੋਈ ਸ਼ੇਰ ਨਿਕਲੇ, ਜਿਨ੍ਹਾਂ ਵਿੱਚ ਜਜ਼ਬਾਤ ਦੀ ਇਤਨੀ ਤੜਪ ਸੀ ਕਿ ਮੇਰੀਆਂ ਅੱਖਾਂ ਪੁਰਨਮ ਹੋ ਗਈਆਂ। ਉਹਨਾਂ ਦੱਸਿਆ ਕਿ ਦੇਸ਼ ਦੇ ਪਰਦੇਸ ਹੋ ਜਾਣ ਦੀ ਸਮੱਸਿਆ ਦਾ ਕੋਈ ਹੱਲ ਨਹੀਂ। ਇਹੋ ਸਮੱਸਿਆ ਉਹਨਾਂ ਨੂੰ ਵੀ ਦਰਪੇਸ਼ ਹੁੰਦੀ ਹੈ ਜਦੋਂ ਵਤਨ ਦੀ ਖਿੱਚ ਉਹਨਾਂ ਨੂੰ ਦਿੱਲੀ ਲੈ ਜਾਂਦੀ ਹੈ। ਇਸੇ ਤਰ੍ਹਾਂ ਦਿਲ ਖੱਟਾ ਹੋ ਜਾਂਦਾ ਹੈ, ਬੰਦਸ਼ਾਂ ਸਹਾਰਨੀਆਂ ਪੈਂਦੀਆਂ ਹਨ। ਇਸ ਗੱਲ ਨੂੰ ਬਹੁਤਾ ਦਿਲ ਉੱਤੇ ਲਾਉਣ ਦੀ ਲੋੜ ਨਹੀਂ। ਫਿਰ ਮੇਰੇ ਸਫ਼ਰ ਦੇ ਪ੍ਰੋਗਰਾਮ ਬਾਰੇ ਪੁੱਛਿਆ ਤੇ ਕੁਝ ਜ਼ਰੂਰੀ ਹਦਾਇਤਾਂ ਦਿੱਤੀਆਂ। ਮੇਰਾ ਅਗਲਾ ਪੜਾਅ ਭੇਰਾ ਸੀ। ਉਹਨਾਂ ਦੱਸਿਆ ਕਿ ਭੇਰੇ ਜਾਣ ਲਈ ਪਹਿਲਾਂ ਮੈਨੂੰ ਸਰਗੋਧੇ ਉਤਰ ਕੇ ਜ਼ਿਲ੍ਹਾ ਸਿਕਿਉਰਿਟੀ ਆਫਿਸ ਵਿੱਚੋਂ ਪ੍ਰਵਾਨਗੀ ਲੈਣੀ ਪਏਗੀ। ਕੱਲ੍ਹ ਐਤਵਾਰ ਹੈ, ਦਫ਼ਤਰ ਬੰਦ ਹੋਵੇਗਾ, ਇਸੇ ਲਈ ਝੰਗ ਤੋਂ ਪਰਸੋਂ ਰਵਾਨਾ ਹੋਣਾ ਬਿਹਤਰ ਹੈ ਤਾਂ ਜੋ ਫਿਰ ਅਜਿਹੀ ਮੁਸ਼ਕਲ ਪੇਸ਼ ਨਾ ਹੋਵੇ ਆਦਿ। ਅੰਤ ਉਹਨਾਂ ਮੈਨੂੰ ਆਪਣੇ ਬੰਗਲੇ ਤੇ ਸ਼ਾਮੀ ਚਾਹ ਪੀਣ ਆਉਣ ਦੀ ਦਾਵਤ ਦਿੱਤੀ, ਜਿਸ ਨੂੰ ਮੈਂ ਬੜੀ ਖੁਸ਼ੀ ਨਾਲ ਸਵੀਕਾਰ ਕੀਤਾ। ਕਚਹਿਰੀ ਦੇ ਹੀ ਦਫ਼ਤਰ ਵਿੱਚ ਬਿਲਾਲ ਦੇ ਵੱਡੇ ਭਾਈ ਸਾਹਿਬ ਵੀ ਕੰਮ ਕਰਦੇ ਸਨ। ਉਹਨਾਂ ਨੂੰ ਮਿਲਣ ਗਏ, ਫਿਰ ਚਾਹ ਪੀਤੀ। ਉਹਨਾਂ ਦੇ ਦਫ਼ਤਰ ਦੇ ਹੋਰ ਸਾਥੀ ਵੀ ਨਾਲ ਰਲ ਗਏ। ਬਿਲਾਲ ਨੇ ਮੇਰੀ ਪਛਾਣ ਕਰਾਉਂਦਿਆਂ ਕਿਹਾ ਕਿ ਮੈਂ ਖਾਸ ਝੰਗ ਦੀ ਬੋਲੀ ਸੁਣਨ ਤੇ ਹੀਰ ਦਾ ਮਕਬਰਾ ਵੇਖਣ ਆਇਆ। ਉਹਨਾਂ ਨੇ ਨਾਲ ਦੇ ਕਮਰੇ ਵਿੱਚੋਂ ਇੱਕ ਹੋਰ ਬੰਦੇ ਨੂੰ ਸੱਦ ਲਿਆ, ਜਿਸ ਦਾ ਪਹਿਰਾਵਾ ਵੀ ਪੇਂਡੂ ਤੇ ਬੋਲੀ ਵੀ ਠੇਠ ਸੀ। ਉਹਨੇ ਹਸਾ ਕੇ ਢਿੱਡ ਵਿੱਚ ਵਲ ਪਾ ਦਿੱਤੇ। ਸ਼ਹਿਰੀਆਂ ਦੀ ਮਖਲੂਤ ਬੋਲੀ ਦਾ ਨਕਸ਼ਾ ਉਹਨਾਂ ਇੰਜ ਖਿੱਚਿਆ, ਮੂੰਹ ਗੋਕਾ
ਪਿੱਛਾ ਮਾਝਾ ਤੇ ਬਾਕਰੀ। ਉੱਥੋਂ ਟਾਂਗੇ ਉੱਤੇ ਬਹਿ ਕੇ ਹਬੀਬ ਬੈਂਕ ਪਏ ਜਾਂਦੇ ਸਾਂ। ਰਾਹ ਵਿੱਚ ਕੋਈ ਗੁਲਜ਼ਾਰ ਸਾਹਿਬ ਮਿਲ ਗਏ। ਕਾਲੀ ਠੱਪਵੀਂ ਟੋਪੀ, ਸਲੇਟੀ ਰੰਗ ਦੀ ਅਚਕਨ ਤੇ ਚਿੱਟੀ ਸਲਵਾਰ, ਮੋਢੇ ਉੱਤੇ ਬੰਦੂਕ ਰੱਖੀ, ਸਾਈਕਲ ਉੱਤੇ ਚੜ੍ਹ ਕੇ ਬੰਦੂਕ ਠੀਕ ਕਰਾਉਣ ਜਾ ਰਹੇ ਸਨ। ਉਹਨਾਂ ਨੂੰ ਵੇਖ ਕੇ ਮੈਂ ਸੋਚਾਂ ਵਿੱਚ ਪੈ ਗਿਆ ਬਈ ਪਹਿਲੋਂ ਕਿਤੇ ਇਹਨਾਂ ਨੂੰ ਵੇਖਿਆ ਹੈ। ਬੜਾ ਹੀ ਜਾਤਾ ਪਛਾਤਾ ਮਹਾਂਦਰਾ ਸੀ। ਅੰਜਮ ਤੱਕੀ ਜੀ ਦੇ ਮਿੱਤਰ ਸ਼ੇਰੀ ਸਾਹਿਬ ਨੂੰ ਵੇਖ ਕੇ ਵੀ ਮੈਨੂੰ ਇਹੋ ਧੋਖਾ ਲੱਗਿਆ ਸੀ। ਇਸ ਤਰ੍ਹਾਂ ਦਾ ਧੋਖਾ ਪਾਕਿਸਤਾਨ ਦੀ ਸੈਰ ਦੇ ਦੌਰਾਨ ਵਿੱਚ ਮੈਨੂੰ ਅਨੇਕਾਂ ਵਾਰੀ ਲੱਗਾ। ਹਰ ਥਾਂ ਉੱਤੇ ਤੇ ਹਰ ਰੋਜ਼ ਕੋਈ ਨਾ ਕੋਈ ਬੰਦਾ ਐਸਾ ਦਿਸ ਪੈਂਦਾ ਜਿਸ ਨੂੰ ਵੇਖ ਕੇ ਮੈਨੂੰ ਸ਼ੱਕ ਹੀ ਨਾ ਪੈਂਦਾ, ਸਗੋਂ ਯਕੀਨ ਹੋ ਜਾਂਦਾ ਕਿ ਮੈਂ ਉਹਨੂੰ ਪਹਿਲਾਂ ਤੋਂ ਜਾਣਨਾ। ਹਾਲਾਂਕਿ ਐਸੀ ਕੋਈ ਸੰਭਾਵਨਾ ਹੀ ਨਹੀਂ। ਵੰਡ ਤੋਂ ਬਾਅਦ ਪਾਕਿਸਤਾਨ ਜਾਣ ਵੇਲੇ ਦੂਜੇ ਯਾਤਰੂਆਂ ਨਾਲ ਵੀ ਇਸੇ ਤਰ੍ਹਾਂ ਹੋਇਆ ਹੈ ਕਿ ਨਹੀਂ, ਮੈਂ ਨਹੀਂ ਜਾਣਦਾ। ਆਪਣੇ ਇਸ ਅਹਿਸਾਸ ਦਾ ਕੋਈ ਕਾਰਨ ਸਮਝ ਵਿੱਚ ਨਹੀਂ ਆਇਆ। ਗੁਲਜ਼ਾਰ ਸਾਹਿਬ ਵੀ ਸਾਈਕਲ ਫੇਰ ਕੇ ਸਾਡੇ ਟਾਂਗੇ ਨਾਲ ਹੋ ਗਏ। ਹਬੀਬ ਬੈਂਕ ਦੇ ਮੈਨੇਜਰ ਸਾਹਿਬ ਦੇ ਕਮਰੇ ਵਿੱਚ ਫਿਰ ਦਾਵਤ ਤਿਆਰ ਸੀ। ਰਸਗੁੱਲੇ, ਗੁਲਾਬ ਜਾਮਨ, ਸਮੋਸੇ, ਚਾਹ। ਜਿਵੇਂ ਉੱਪਰ ਕਹਿ ਆਇਆ ਹੋਵੇ, ਇਨਕਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਅੱਜ ਸਵੇਰ ਤੋਂ ਸ਼ੁਰੂ ਕਰਕੇ ਅਗਲੇ 13 ਦਿਨ ਜਿਹੜੇ ਮੈਂ ਪਾਕਿਸਤਾਨ ਵਿੱਚ ਬਿਤਾਏ, ਮੈਂ ਔਸਤ 3 ਨਾਸ਼ਤੇ, 2 ਲੰਚ, 3-4 ਸ਼ਾਮ ਦੀਆਂ ਚਾਹਾਂ ਤੇ 2-3 ਡਿਨਰ ਹਰ ਰੋਜ਼ ਖਾਂਦਾ ਰਿਹਾ। ਇਸ ਤੋਂ ਉੱਥੋਂ ਦੇ ਬਸ਼ਿੰਦਿਆਂ ਦੀ ਮਹਿਮਾਨ ਨਵਾਜ਼ੀ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਸਰਾਧਾਂ ਦੇ ਦਿਨਾਂ ਵਿੱਚ ਵੀ ਬ੍ਰਾਹਮਣਾਂ ਦੀ ਜੋ ਹਾਲਤ ਹੁੰਦੀ ਹੈ ਉਹ ਮੇਰੀ ਸੀ, ਪਰ ਉਹਨਾਂ ਵਾਂਗ ਹੀ ਨਾ ਤਾਂ ਕਦੇ ਮੇਰਾ ਹਾਜ਼ਮਾ ਵਿਗੜਿਆ ਤੇ ਨਾ ਮੈਨੂੰ ਕਦੇ ਦਵਾ ਦਾਰੂ ਦੀ ਲੋੜ ਪਈ। ਇਸ ਤੋਂ ਉਹਨਾਂ ਇਲਾਕਿਆਂ ਦੀ ਚੰਗੀ ਆਬੋ ਹਵਾ ਤੇ ਮੇਰੇ ਉੱਪਰ ਉਸ ਦੇ ਸੋਹਣੇ ਅਸਰ ਦਾ ਸਬੂਤ ਵੀ ਮਿਲਦਾ ਹੈ। ਹਬੀਬ ਬੈਂਕ ਵਾਲੀ ਬੈਠਕ ਵਿੱਚ ਤੈਅ ਹੋਇਆ ਕਿ ਗੁਲਜ਼ਾਰ ਖਾਨ ਹੋਰੀ ਕੱਲ੍ਹ ਰਾਤ ਨੂੰ ਮੈਨੇਜਰ ਸਾਹਿਬ ਦੀ ਕੋਠੀ ਦੇ ਅਹਾਤੇ ਵਿੱਚ ਮੈਨੂੰ ਸੰਮੀ ਆਦਿਕ ਲੋਕ ਨਾਚ ਵਿਖਾਲਣ ਦਾ ਪ੍ਰਬੰਧ ਕਰਨਗੇ। 2:30 ਵਜੇ ਬਿਲਾਲ ਤੇ ਮੈਂ ਤੱਕੀ ਅੰਜਮ ਦੇ ਘਰ ਪੁੱਜੇ। ਸ਼ੇਰੀ ਸਾਹਿਬ ਵੀ ਉਡੀਕ ਰਹੇ ਸਨ ਅਤੇ ਖਾਣਾ ਵੀ ਤਿਆਰ ਸੀ। ਕਬਾਬ, ਟਿੱਕੀਆਂ, ਪਲਾਅ, ਬਟੇਰ ਅਤੇ ਇਨਕਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਖਾਣੇ ਦੀ ਮੇਜ਼ ਉੱਤੇ ਸ਼ੇਰੀ ਸਾਹਿਬ ਤੇ ਬਿਲਾਲ ਸਾਹਿਬ ਦੀ ਆਪਸ ਵਿੱਚ ਗੱਲਬਾਤ ਸ਼ੁਰੂ ਹੋਈ ਜੋ ਕਾਬਲੇ ਜ਼ਿਕਰ ਹੈ। 3-4 ਦਿਨ ਪਹਿਲਾਂ ਸ਼ੇਰੀ ਸਾਹਿਬ ਦੀ ਧਰਮ ਪਤਨੀ ਦਾ ਮਕਾਮੀ ਸਰਕਾਰੀ ਹਸਪਤਾਲ ਵਿੱਚ ਸ਼ਦੀਦ ਕਿਸਮ ਦਾ ਆਪਰੇਸ਼ਨ ਹੋਇਆ। ਸ਼ੇਰੀ ਸਾਹਿਬ ਝੰਗ ਵਿੱਚ ਇਹ ਆਪਰੇਸ਼ਨ ਕਰਵਾਉਣਾ ਨਹੀਂ ਸਨ ਚਾਹੁੰਦੇ। ਪਤਨੀ ਨੂੰ ਲਾਹੌਰ ਲੈ ਜਾਣਾ ਚਾਹੁੰਦੇ ਸਨ, ਜਿੱਥੇ ਯਕੀਨਨ ਬਦਰਜ਼ਹਾ ਬਿਹਤਰ ਸਹੂਲਤਾਂ ਮੁਵੱਸਰ ਸਨ। ਪਰ ਝੰਗ ਹਸਪਤਾਲ ਦੇ ਡਾਕਟਰ ਉਹਨਾਂ ਦੇ ਮਿੱਤਰ ਸਨ ਤੇ ਉਹਨਾਂ ਇਸਰਾਰ ਕੀਤਾ ਕਿ ਆਪਰੇਸ਼ਨ ਝੰਗ ਵਿੱਚ ਹੀ ਹੋਣਾ ਚਾਹੀਦਾ ਹੈ ਤੇ ਉਹਨਾਂ ਦੇ ਆਪਣੇ ਸਿਸਟਮ ਅਨੁਸਾਰ। ਇਸ ਸਿਸਟਮ ਦੀ ਵਿਸ਼ੇਸ਼ਤਾ ਇਹ ਸੀ ਕਿ ਆਪਰੇਸ਼ਨ ਇੱਕ ਸਰਜਨ ਨਹੀਂ ਕਰਦਾ, ਹਸਪਤਾਲ ਦੇ ਤਿੰਨੋਂ ਸਰਜਨ ਮਿਲ ਕੇ ਕਰਦੇ ਹਨ। ਕਿਉਂਕਿ ਝੰਗ ਜਿਹੇ ਛੋਟੇ ਸ਼ਹਿਰ ਵਿੱਚ ਦਾਨ ਕੀਤੇ ਖੂਨ ਦੇ ਜ਼ਖੀਰੇ ਦੀ ਘਾਟ ਹੈ। ਇੱਕ ਸਰਜਨ ਚੀਰ-ਫਾੜ ਕਰਦਾ ਹੈ, ਦੂਜਾ ਰਕਤ ਪ੍ਰਵਾਹ ਰੋਕਣ ਦੀਆਂ ਵਿਉਂਤਾਂ ਕਰਦਾ ਹੈ, ਤੀਜਾ ਜ਼ਖਮ ਨੂੰ ਝੱਟ ਸੀਨ ਦੇ ਆਰ ਵਿੱਚ ਲੱਗ ਜਾਂਦਾ ਹੈ। ਇੰਜ ਮਰੀਜ਼ ਦਾ ਆਪਣਾ ਖੂਨ ਜ਼ਾਇਆ ਹੋਣ ਤੋਂ ਬਚ ਜਾਂਦਾ ਹੈ ਅਤੇ ਬਾਹਰੋਂ ਖੂਨ ਦੇਣ ਦੀ ਲੋੜ ਹੀ ਨਹੀਂ ਰਹਿੰਦੀ। ਸ਼ੇਰੀ ਸਾਹਿਬ ਦੀ ਪਤਨੀ ਦੇ ਸਰੀਰ ਵਿੱਚ ਪਹਿਲਾਂ ਤੋਂ ਲਹੂ ਦੀ ਘਾਟ ਸੀ, ਫਿਰ ਵੀ ਬਿਨਾਂ ਰਕਤ ਦਾਨ ਕੀਤੇ ਸਫਲ ਆਪਰੇਸ਼ਨ ਕਰ ਦਿੱਤਾ ਗਿਆ ਸੀ ਅਤੇ ਹੁਣ ਖਤਰੇ ਵਿੱਚੋਂ ਬਾਹਰ ਹੋ ਚੁੱਕੀ ਸੀ। ਆਪਰੇਸ਼ਨ ਕਰਾਉਣ ਲਈ ਵੱਡੇ ਸ਼ਹਿਰਾਂ ਵੱਲ ਉੱਠ ਦੌੜਨ ਦੀ ਤੌਫੀਕ ਬਹੁਤ ਘੱਟ ਲੋਕਾਂ ਕੋਲ ਹੁੰਦੀ ਹੈ। ਝੰਗ ਦੇ ਡਾਕਟਰਾਂ ਨੇ ਸੈਂਕੜੇ ਜਾਨਾਂ ਆਪਣੇ ਇਸ ਸਿਸਟਮ ਦੀ ਮਦਦ ਨਾਲ ਬਚਾਈਆਂ ਸਨ ਅਤੇ ਜਨਤਾ ਬੜੀ ਸ਼ੁਕਰਗੁਜ਼ਾਰ ਸੀ। ਸ਼ੇਰੀ ਸਾਹਿਬ ਬਿਲਾਲ ਅੱਗੇ ਬੇਨਤੀ ਕਰ ਰਹੇ ਸਨ ਕਿ ਉਹ ਅਖਬਾਰਾਂ ਵਿੱਚ ਡਾਕਟਰਾਂ ਦੀ ਸੇਵਾ ਬਾਰੇ ਉਹਨਾਂ ਕੋਲੋਂ ਇੱਕ ਬਿਆਨ ਛਪਵਾਉਣ। ਪੈਸੇ ਤਾਂ ਉਹ ਲੈਂਦੇ ਨਹੀਂ, ਮੈਂ ਕੋਈ ਤਾਂ ਖਿਦਮਤ ਉਹਨਾਂ ਦੀ ਕਰ ਸਕਾਂ, ਸ਼ੇਰੀ ਸਾਹਿਬ ਬੜੀ ਭਾਵੁਕਤਾ ਨਾਲ ਕਹਿ ਰਹੇ ਸਨ। ਅੱਗੋਂ ਬਿਲਾਲ ਨੇ ਜਵਾਬ ਦਿੱਤਾ, ਸ਼ੇਰੀ ਸਾਹਿਬ, ਮੈਨੂੰ ਤਾਂ ਇਸ ਵਿੱਚ ਕੋਈ ਇਤਰਾਜ਼ ਨਹੀਂ, ਸਗੋਂ ਮੇਰਾ ਆਪਣਾ ਬਹੁਤ ਜੀਅ ਚਾਹੁੰਦਾ ਹੈ ਕੁਝ ਲਿਖਣ ਉੱਤੇ, ਪਰ ਇਹਨਾਂ ਲੋਕਾਂ ਨੇ ਇਸ ਗੱਲ ਦੀ ਸਖਤ ਮਨਾਹੀ ਕੀਤੀ ਹੋਈ ਹੈ। ਉਹ ਕਹਿੰਦੇ ਹਨ ਕਿ ਜੇ ਉਹਨਾਂ ਦੀ ਇਸ ਇਜਾਜ਼ਤ ਦਾ ਜ਼ਿਕਰ ਅਖਬਾਰਾਂ ਵਿੱਚ ਆ ਗਿਆ ਤਾਂ ਬਹੁਤ ਮੁਮਕਿਨ ਹੈ ਸਰਕਾਰ ਉਹਨਾਂ ਨੂੰ ਤਰੱਕੀਆਂ ਦੇ ਦੇਵੇ, ਵੱਡੇ ਹਸਪਤਾਲਾਂ ਵਿੱਚ ਤਬਾਦਲੇ ਕਰ ਦੇਵੇ। ਜੋ ਜ਼ਰਾ ਵੀ ਇਹੋ ਜਿਹੀ ਕੋਈ ਗੱਲ ਹੋਈ ਤਾਂ ਉਹਨਾਂ ਦੀ ਟੀਮ ਟੁੱਟ ਜਾਏਗੀ ਅਤੇ ਸਿਸਟਮ ਖਤਮ ਹੋ ਜਾਏਗਾ। ਇਸ ਕਾਰਨ ਉਹ ਕਿਸੇ ਸੂਰਤ ਵੀ ਅਖਬਾਰਾਂ ਵਿੱਚ ਇਹਦਾ ਤਜ਼ਕਰਾ ਨਹੀਂ ਕਰਾਉਣਾ ਚਾਹੁੰਦੇ। ਭਾਵੇਂ ਝੰਗ ਦੇ ਇਸ ਛੋਟੇ ਜਿਹੇ ਸਰਕਾਰੀ ਹਸਪਤਾਲ ਵਿੱਚ
ਉਹਨਾਂ ਨੂੰ ਤਨਖਾਹਾਂ ਬਹੁਤੀਆਂ ਨਹੀਂ ਮਿਲਦੀਆਂ ਤੇ ਨਾ ਹੀ ਸਹੂਲਤਾਂ, ਪਰ ਉਹਨਾਂ ਨੂੰ ਕੰਮ ਕਰਨ ਦੀ ਆਜ਼ਾਦੀ ਹੈ ਅਤੇ ਉਹਨਾਂ ਦੇ ਕੰਮ ਨਾਲ ਲੋਕਾਂ ਨੂੰ ਲਾਭ ਹੋ ਰਿਹਾ ਹੈ। ਉਹ ਕਹਿੰਦੇ ਨੇ ਇਹੋ ਸਭ ਤੋਂ ਵੱਡਾ ਇਨਾਮ ਹੈ। ਮੈਂ ਇਸ ਵਾਰਤਾਲਾਪ ਤੋਂ ਬੜਾ ਪ੍ਰਭਾਵਿਤ ਹੋਇਆ। ਸੱਚਮੁੱਚ ਮਨੁੱਖਤਾ ਦੇ ਦਰਦੀ ਹਰ ਮੁਲਕ, ਹਰ ਕੌਮ ਵਿੱਚ ਮੌਜੂਦ ਹਨ, ਜਿਹੜੇ ਸਰਬੱਤ ਦੇ ਭਲੇ ਲਈ ਆਪਣੇ ਸਵਾਰਥ ਵਾਰ ਸੁੱਟਦੇ ਹਨ। ਅਤੇ ਉਹ ਕੇਵਲ ਇੱਕ ਕੌਮ ਦੇ ਹੀ ਨਹੀਂ ਹੁੰਦੇ, ਸਗੋਂ ਸਾਰੀ ਮਨੁੱਖਤਾ ਉਹਨਾਂ ਅੱਗੇ ਸਿਰ ਨਿਵਾਉਂਦੀ ਹੈ। ਅਜਿਹਿਆਂ ਉੱਤਮ ਲੋਕਾਂ ਦੀ ਘਾਲ ਨੇ ਹੀ ਮਨੁੱਖੀ ਸੱਭਿਅਤਾ ਦਾ ਮੁੱਖ ਉਜਲਾ ਕੀਤਾ ਹੈ ਅਤੇ ਭਵਿੱਖ ਵੀ ਇਹਨਾਂ ਦੀ ਆਸ ਉੱਤੇ ਹੀ ਕਾਇਮ ਹੈ।